पत्नी पातशाह श्री गुरु हरराय साहिब जी की गुरगद्दी का साल मनाया जा रहा है। ਉਹਨਾਂ ਦਾ ਪ੍ਰਕਾਸ਼ ਤਾਂ ਫਰਵਰੀ ਦੇ ਮਹੀਨੇ 'ਚ 20 ਤਰੀਕ ਦਾ ਕੈਲੰਡਰ 'ਚ ਦੱਸਿਆ ਗਿਆ। ਸੋ ਮੈਂ ਇਹ ਜਿਹੜਾ ਦਿਨ ਹੈ ਇਸ ਨੂੰ ਸਿੱਖ ਵਾਤਾਵਰਣ ਦਿਵਸ ਦੇ ਤੌਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮਨਾਇਆ ਜਾ ਰਿਹਾ, ਮੈਂ ਇਹਨਾਂ ਦੋਨਾਂ ਨੂੰ ਇਕੱਠੇ ਕਰਕੇ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਸਿੱਖਿਆਵਾਂ ਗੁਰੂ ਸਾਹਿਬ ਨੇ ਸਾਰੀ ਦੁਨੀਆ ਨੂੰ ਔਰ ਖਾਸ ਤੌਰ ਤੇ ਸਿੱਖਾਂ ਨੂੰ 17ਵੀਂ ਸ਼ਤਾਬਦੀ ਦੇ ਵਿੱਚ ਦਿੱਤੀਆਂ ਸਨ, ਉਹ ਅੱਜ 4 ਸ਼ਤਾਬਦੀਆਂ ਬੀਤਣ ਤੋਂ ਬਾਅਦ ਵੀ 21ਵੀਂ ਸ਼ਤਾਬਦੀ ਵਿੱਚ ਆ ਗਏ ਆ। ਅੱਜ ਵੀ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਰੈਲੇਵੈਂਟ ਔਰ ਕੰਟੈਂਪਰੇਰੀ ਵੈਲਿਊ ਦੀਆਂ ਹੈਗੀਆਂ ਨੇ। ਔਰ ਨਾ ਸਿਰਫ ਸਿੱਖ ਬਲਕਿ ਸਾਰੀ ਦੁਨੀਆ ਇਸ ਗੱਲ ਨੂੰ ਸਮਝ ਰਹੀ ਹੈ ਕਿ ਵਾਤਾਵਰਣ ਦੀ ਸੰਭਾਲ ਕਿਤਨੀ ਜ਼ਰੂਰੀ ਹੈ। ਉਹਦਾ ਬਹੁਤਾ ਡਿਟੇਲ ਦੱਸਣ ਦੀ ਲੋੜ ਨਹੀਂ। ਤੁਸੀਂ ਦੇਖ ਸਕਦੇ ਹੋ ਕਿ ਅੱਜ ਦੁਨੀਆ ਜਿਸ ਮਹਾਮਾਰੀ ਚੋਂ ਗੁਜ਼ਰ ਰਹੀ ਹੈ ਉਹ ਅਸੀਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੇ ਸਿਵਾਏ ਆਪਣੇ ਆਪ ਦੇ ਕਿ ਇਹ ਮਨੁੱਖੀ ਇੱਕ ਫਿਤਰਤ ਦਾ ਨਤੀਜਾ ਹੈ ਕਿ ਅਸੀਂ ਇਸ ਮੁਸ਼ਕਲ ਦੇ ਵਿੱਚ ਆਪਣੇ ਆਪ ਨੂੰ ਖੁਦ ਹੀ ਫਸਾਇਆ ਹੈ। ਲੋਕ ਕੋਈ ਕੰਮ ਖਰਾਬ ਹੋ ਜਾਂਦਾ ਤਾਂ ਕਿਸੇ ਨਾ ਕਿਸੇ ਨੂੰ ਦੋਸ਼ ਦਿੰਦੇ ਨੇ, ਜੇ ਕੋਈ ਨਹੀਂ ਲੱਭਦਾ ਤੇ ਫਿਰ ਪਰਮਾਤਮਾ ਨੂੰ ਦੋਸ਼ ਦੇਣਦੇ ਨੇ, ਜੀ ਇਹ ਰੱਬ ਦਾ ਭਾਣਾ ਹੈ। ਪਰ ਇਹ ਰੱਬ ਦਾ ਭਾਣਾ ਨਹੀਂ ਹੈ, ਇਹ ਸਾਡੀਆਂ ਆਪਣੀਆਂ ਗਲਤੀਆਂ ਦਾ ਨਤੀਜਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੀ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਸਮਝੇ ਨਹੀਂ, ਨਾ ਹੀ ਉਹਨਾਂ ਨੂੰ ਇੰਪਲੀਮੈਂਟ ਕੀਤਾ। ਮੈਂ ਅੱਜ ਇਸ ਸੰਬੰਧ ਦੇ ਵਿੱਚ ਮੈਂ ਆਪ ਜੀ ਨਾਲ ਗੱਲਬਾਤ ਕਰਾਂਗਾ। ਸੋ ਇਹ ਹੈ ਗੁਰੂ ਹਰਰਾਏ ਜੀ ਦਾ ਗੁਰਗੱਦੀ ਦਿਵਸ ਤੇ ਵਿਸ਼ਵ ਸਿੱਖ ਵਾਤਾਵਰਣ ਦਿਨ, ਜਿਸ ਨੂੰ ਕਿ ਸਿੱਖ ਕੌਮ ਮਨਾ ਰਹੀ ਹੈ ਖਾਸ ਤੌਰ ਤੇ, ਔਰ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸ ਨੂੰ ਆਲ ਓਵਰ ਦੀ ਵਰਲਡ ਮਨਾਇਆ ਜਾ ਰਿਹਾ। ਇਸ ਨੂੰ ਜਿਸ ਤਰ੍ਹਾਂ ਇੱਥੇ ਲਿਖਿਆ ਵੀ ਹੈ ਕਿ ਗੁਰਤਾ ਗੱਦੀ ਦਿਵਸ ਜਿਹੜਾ ਹੈ ਇਸ ਨੂੰ ਸਿੱਖ ਐਨਵਾਇਰਨਮੈਂਟ ਡੇ ਮਨਾਇਆ ਜਾ ਰਿਹਾ। ਥੋੜੀ ਜਿਹੀ ਬਰੀਫ ਇੰਟਰੋਡਕਸ਼ਨ ਆਪ ਜੀ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਦੇਣੀ ਬਣਦੀ ਹੈ, ਉਹ ਦੇ ਕੇ ਫਿਰ ਮੈਂ ਇਸ ਵਾਤਾਵਰਣ ਦਿਵਸ ਦੇ ਬਾਰੇ ਵੀ ਗੱਲ ਕਰਦਾ ਹਾਂ। ਸੋ ਗੁਰੂ ਹਰਰਾਏ ਸਾਹਿਬ ਜਿਹੜੇ ਨੇ ਉਹਨਾਂ ਨੂੰ 1644 ਜਾਂ ਕੁਝ ਲੋਕਾਂ ਦਾ ਖਿਆਲ ਹੈ 45 ਦੇ ਵਿੱਚ ਗੁਰਗੱਦੀ ਮਿਲੀ ਹੈ। ਔਰ ਇਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰਾਂ ਦੇ ਵਿੱਚੋਂ ਵੱਡੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਦੇ ਅੱਗੇ ਜਿਹੜੇ ਦੋ ਸਪੁੱਤਰ ਸਨ, ਬਾਬਾ ਧੀਰਮਲ ਜੀ ਵੱਡੇ ਸਨ ਤੇ ਛੋਟੇ ਪੁੱਤਰ ਬਾਬਾ ਹਰਰਾਏ ਜੀ ਸੀ। ਸੋ ਇਹ ਜ਼ਿਆਦਾ ਸਮਾਂ ਕੀਰਤਪੁਰ ਸਾਹਿਬ ਹੀ ਸਾਰਾ ਰਹੇ ਨੇ ਤੇ ਧੀਰਮਲ ਜੀ ਕੋਲ ਮਹਾਰਾਜ ਦੀ ਪੁਰਾਣੀ ਜਿਹੜੀ ਬੀੜ ਸੀ ਉਹ ਵੀ ਉੱਥੇ ਕਰਤਾਰਪੁਰ ਸੀ। ਸੋ ਉਹਨਾਂ ਦਾ ਖਿਆਲ ਸੀ ਕਿ ਸ਼ਾਇਦ ਮੈਨੂੰ ਗੁਰਗੱਦੀ ਮਿਲੇਗੀ ਇਸ ਕਰਕੇ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਹਰਰਾਏ ਸਾਹਿਬ ਜੀ ਦੇ ਜਿਹੜੇ ਗੁਣ ਸਨ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਗੁਰਗੱਦੀ ਦਿੱਤੀ। ਔਰ ਇਹਨਾਂ ਦੇ ਜੀਵਨ ਦੀਆਂ ਦੋ ਹੀ ਗੱਲਾਂ ਮੈਂ ਸੰਖੇਪ ਵਿੱਚ ਆਪ ਜੀ ਨਾਲ ਸਾਂਝੀਆਂ ਕਰਾਂਗਾ। ਇੱਕ ਤਾਂ ਗੁਰਮਤ ਦੇ ਪ੍ਰਸਾਰ ਵਾਸਤੇ ਮੰਜੀਆਂ ਦਾ ਸਿਸਟਮ ਦੂਸਰੇ ਤੀਸਰੇ ਗੁਰੂ ਸਾਹਿਬਾਨ ਤੋਂ ਹੀ ਸ਼ੁਰੂ ਹੋ ਗਿਆ ਸੀ ਔਰ ਉਹ ਚੱਲ ਰਿਹਾ ਸੀ।
ਸੋ ਉਸ ਪ੍ਰਬੰਧ ਦੇ ਵਿੱਚ ਕੁਝ ਨੁਕਸ ਪੈ ਗਏ ਸਨ, ਜਿਸ ਦੇ ਪ੍ਰਬੰਧਕ ਸੁਧਾਰ ਲਈ ਗੁਰੂ ਹਰਿਰਾਏ ਸਾਹਿਬ ਜੀ ਨੇ ਕੋਸ਼ਿਸ਼ ਕੀਤੀ। ਉਹਨਾਂ ਨੇ ਉਸ ਵਿੱਚ ਸੁਧਾਰ ਲਿਆਂਦਾ ਔਰ ਇਸ ਲਈ ਉਹ ਪੰਜਾਬ ਭਰ ਵਿੱਚ, ਖਾਸ ਤੌਰ ਤੇ ਲਾਹੌਰ, ਸਿਆਲਕੋਟ ਗਏ ਔਰ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੀ ਗਏ। ਪੂਰੇ ਪੰਜਾਬ 'ਚ ਉਹਨਾਂ ਨੇ ਦੌਰਾ ਕੀਤਾ ਔਰ ਜਿਹੜੀਆਂ ਸੰਸਥਾਵਾਂ ਉੱਥੇ ਚੱਲ ਰਹੀਆਂ ਸੀ, ਉਹਨਾਂ ਵਿੱਚ ਜਿਹੜੇ ਲਾਲਚੀ ਕਿਸਮ ਦੇ ਮਸੰਦ ਸਨ, ਉਹਨਾਂ ਨੂੰ ਹਟਾ ਕੇ ਬੜੇ ਅੱਛੇ ਗੁਰਸਿੱਖ, ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਸੀ, ਸਿਰਫ ਸੇਵਾ ਭਾਵ ਨਾਲ ਸੀ, ਉਹ ਜਿਹੇ ਵਿਅਕਤੀਆਂ ਦੀ ਨਿਯੁਕਤੀ ਕਰਕੇ ਆਏ ਔਰ ਕੁਝ ਉਹਨਾਂ ਨੇ ਨਵੀਆਂ ਮੰਜੀਆਂ ਦੀ ਸਥਾਪਨਾ ਵੀ ਕੀਤੀ। ਔਰ ਇੱਕ ਗੱਲ ਇੱਥੇ ਥੋੜੀ ਜਿਹੀ ਜ਼ਿਕਰ ਕਰਨ ਵਾਲੀ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰੀ ਇੱਕ ਲਾਵਾਰਿਸ ਬੱਚੇ ਨੂੰ ਪਾਲਿਆ ਸੀ। ਉਹ ਕੁਝ ਸਾਫ਼ ਨਹੀਂ ਸੀ ਤੇ ਲੋਕੀਆਂ ਉਹਨੂੰ ਕਹਿੰਦੇ ਸੀ ਵੀ ਇਹ ਫਿਜ਼ੀਕਲੀ ਕਲੀਨ ਨਹੀਂ ਹੈ, ਤੇ ਗੁਰੂ ਸਾਹਿਬ ਨੇ ਉਸ ਨੂੰ ਉਹਦਾ ਨਾਂ ਰੱਖਿਆ ਸੀ ਸੁਥਰਾ। ਔਰ ਉਹ ਬਾਅਦ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਦਾ ਜਿਹੜਾ ਇਹ ਪ੍ਰਬੰਧਕ ਸੁਧਾਰ ਦੀ ਜਿਹੜੀ ਮੁਹਿੰਮ ਸੀ, ਉਹਦੇ ਵਿੱਚ ਵੀ ਉਹ ਇੱਕ ਪ੍ਰਚਾਰਕ ਦੇ ਤੌਰ ਤੇ ਸ਼ਾਮਲ ਹੋਇਆ। ਸੋ ਧਰਮ ਪ੍ਰਚਾਰ ਇੱਕ ਉਹਨਾਂ ਦਾ ਜੀਵਨ ਦਾ ਮਹੱਤਵਪੂਰਨ ਅੰਗ ਸੀ। ਦੂਸਰੀ ਉਹਨਾਂ ਦੀ ਖਾਸ ਗੱਲ ਇਹ ਸੀ ਕਿ ਉਹ ਇੱਕ ਮਹਾਨ ਯੋਧੇ ਵੀ ਸਨ। ਜਿਹੜੀ 2200 ਘੋੜਸਵਾਰਾਂ ਦੀ ਫੌਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ 'ਚ ਉਹਨਾਂ ਨੇ ਬਣਾਈ ਸੀ, ਉਸ ਦੇ ਵੀ ਹਰਿਰਾਏ ਸਾਹਿਬ ਜੀ ਮੁਖੀ ਸਨ। ਔਰ ਇੱਕ ਹਿਸਟੋਰੀਕਲ ਐਗਜ਼ਾਮਪਲ ਹੈ ਕਿ ਹਾਲਾਂਕਿ ਉਹ ਕਿਸੇ ਜੰਗ ਦੇ ਹੱਕ ਵਿੱਚ ਨਹੀਂ ਸੀ, ਪਰ ਅਗਰ ਉਹਨਾਂ ਨੂੰ ਜ਼ਰੂਰਤ ਪਈ ਤਾਂ ਫਿਰ ਉਹਨਾਂ ਨੇ ਬਹਾਦਰੀ ਨਾਲ ਲੜੇ। ਉਹ ਸੀ ਕਿ ਉਹ ਤਕਰੀਬਨ 100 ਸਵਾਰਾਂ ਦੇ ਨਾਲ ਮਾਲਵਾ ਤੋਂ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਕੀਰਤਪੁਰ ਸਾਹਿਬ ਵੱਲ, ਜਦੋਂ ਹਜ਼ਾਰਾਂ ਦੀ ਫੌਜ ਨਾਲ ਲੈ ਕੇ ਅਚਾਨਕ ਇੱਕ ਯਾਰ ਬੇਗ ਖਾਨ ਸੀ ਜਿਸਨੇ ਉਹਨਾਂ ਦੇ ਉੱਤੇ ਹਮਲਾ ਕੀਤਾ। ਕਿਉਂਕਿ ਯਾਰ ਬੇਗ ਖਾਨ ਜਿਹੜਾ ਸੀ, ਉਹਦੇ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਸੀ। ਉਹਦਾ ਪਿਤਾ ਮੁਖਲਿਸ ਖਾਨ ਜਿਹੜੇ ਸਨ, ਉਸ ਦੀ ਗਰਦਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰ ਦੇ ਇੱਕ ਵਾਰ ਨਾਲ ਅੰਮ੍ਰਿਤਸਰ ਦੀ ਜੰਗ ਵਿੱਚ ਧੜ ਤੋਂ ਵੱਖਰਾ ਕੀਤਾ ਸੀ। ਔਰ ਉਸ ਦਾ ਨਤੀਜਾ ਹੋਇਆ ਸੀ ਕਿ 6-7 ਹਜ਼ਾਰ ਮੁਸਲਿਮ ਜਿਹੜੇ ਮੁਗਲ ਫੌਜੀ ਸੀ, ਜਦ ਉਹਨਾਂ ਨੇ ਆਪਣੇ ਜਰਨੈਲ ਮੁਖਲਿਸ ਖਾਨ ਦੀ ਗਰਦਨ ਅਲੱਗ ਹੁੰਦੀ ਦੇਖੀ ਗੁਰੂ ਹਰਗੋਬਿੰਦ ਜੀ ਦੇ ਹੱਥੋਂ, ਤਾਂ ਉਹ ਫੌਜ ਦੌੜ ਗਈ। ਸੋ ਉਸ ਗੱਲ ਦਾ ਉਹਦੇ ਮਨ ਵਿੱਚ ਬੜਾ ਯਾਨੀ ਬਦਲਾ ਲੈਣ ਦੀ ਭਾਵਨਾ ਸੀ। ਇਸ ਕਰਕੇ ਯਾਰ ਬੇਗ ਖਾਨ ਨੇ ਉਹਨਾਂ ਦੇ ਉੱਤੇ ਥੋੜੇ ਜਿਹੇ ਬੰਦੇ ਦੇਖ ਕੇ ਕਿ ਇਹਨਾਂ ਦੇ ਨਾਲ ਕੋਈ 100 ਬੰਦੇ ਤੋਂ ਵੱਧ ਨਹੀਂ ਹੈਗੇ ਤੇ ਮੈਂ ਇਹਨਾਂ ਨੂੰ ਹਰਾ ਸਕਦਾ, ਉਸਨੇ ਹਮਲਾ ਕੀਤਾ। ਲੇਕਿਨ ਹੈਰਾਨੀ ਦੀ ਗੱਲ ਇਹ ਹੋਈ ਕਿ ਜੋ ਕੁਛ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਖਲਿਸ ਖਾਨ ਨਾਲ ਕੀਤਾ, ਉਹੀ ਤਰੀਕੇ ਨਾਲ ਯਾਰ ਬੇਗ ਨੂੰ ਵੀ ਗੁਰੂ ਸਾਹਿਬ ਨੇ ਉਹੀ ਹਾਲ ਕੀਤਾ ਔਰ ਇਸ ਤਰ੍ਹਾਂ ਬੁਰੀ ਤਰ੍ਹਾਂ ਉਹਨਾਂ ਨੂੰ ਹਰਾ ਕੇ ਬੜੀ ਵੱਡੀ ਫੌਜ ਨੂੰ ਉਹਨਾਂ ਨੇ ਭਜਾ ਦਿੱਤਾ। ਜਿਸ ਤੋਂ ਬਾਅਦ ਇਸ ਘਟਨਾ ਦੇ ਬਾਰੇ ਭਾਈ ਨੰਦ ਲਾਲ ਜੀ ਨੇ, ਜਿਹੜੇ ਬਾਅਦ 'ਚ ਹੋਏ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ, ਉਹਨਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਇਸ ਬਹਾਦਰੀ ਬਾਰੇ ਲਿਖਿਆ ਹੈ ਕਿ ਗਰਦਨ ਜ਼ਨ ਸਰਕਸ਼ਾਂ ਗੁਰੂ ਕਰਤਾ ਹਰ ਰਾਏ, ਯਾਰ ਮੁਤਜ਼ਰ ਆ ਗੁਰੂ ਕਰਤਾ ਹਰ ਰਾਏ। ਤੇ ਇਹ ਪਰਸ਼ੀਅਨ ਦੇ ਵਿੱਚ ਹੈ, ਜਿਹਦਾ ਟ੍ਰਾਂਸਲੇਸ਼ਨ ਮੈਂ ਲਿਖਿਆ ਵੀ ਹੈ ਕਿ ਗੁਰੂ ਹਰਿਰਾਏ ਸਾਹਿਬ ਉਹ ਹਨ ਬਹਾਦਰ ਜਿਹੜੇ ਕਿ ਤਲਵਾਰ ਦੇ ਇੱਕ ਵਾਰ ਨਾਲ ਦੁਸ਼ਮਣ ਦਾ ਜ਼ਾਲਮ ਦਾ ਗਰਦਨ ਕੱਟ ਸਕਦੇ ਨੇ ਆਪਣੇ ਦਾਦਾ ਜੀ ਵਾਂਗ, ਪਰ ਉਹ ਜ਼ਾਲਮ ਨਹੀਂ ਹੈਗੇ, ਉਹ ਗਰੀਬਾਂ ਦੇ ਬੇਸਹਾਰਿਆਂ ਦੇ ਇੱਕ ਮਿੱਤਰ ਵੀ ਹਨ, ਉਹਨਾਂ ਦੇ ਸਹਾਇਕ ਵੀ ਹਨ। ਇਹ ਉਹਨਾਂ ਦੀ ਬਹਾਦਰੀ ਦਾ ਇੱਕ ਛੋਟਾ ਜਿਹਾ ਮੈਂ ਆਪ ਜੀ ਨੂੰ ਐਗਜ਼ਾਮਪਲ ਦਿੱਤਾ। ਔਰ ਭਾਈ ਨੰਦ ਲਾਲ ਜੀ ਨੇ ਉਹਨਾਂ ਦੀ ਓਵਰਆਲ ਪਰਸਨੈਲਿਟੀ ਬਾਰੇ ਇਹ ਗੱਲ ਲਿਖੀ ਹੈ ਕਿ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ,
सुल्तान हम दरवेश गुरु करता हर राय। यानी गुरु हर राय साहिब जी सच ते पहरा देने वाले ने, धर्म दे धारणी ने, किसी दे जुल्म नहीं करते, धर्म वास्ते ही उनका जीवन निछावर होया। वैसे उन्होंने सुभाव बड़ा नरम सी, और ये दसिया जाता है कि एक बारी कोई काले नां का एक गरीब अपने दो यतीम भतीजियां नाल लैके गुरु साहब दे दरबार च गया, जिथे उन्होंने अपनी गरीबी का इजहार किया कि साढ़े पास कुछ है नहीं है। तो गुरु साहब ने दया करके उन्होंने वार दिता सी कि तुहाडियां कई पुश्तां राज करनगियां। सो उस तो बाद वो अपने दो पुत्रां नूं भी लैके गया और उन्होंने भी गुरु साहब ने वार दिता। पर यह कहा जाता है कि एक भरा दे बच्चों तो बाद नाभे और जींद की रियासत के राजे बने, और दूसरे दे विचों पटियाले दे राजे जिहड़े फूलकियां रियासतां दे मालिक सन, उन्हां दा जन्म होया। हुण मैं उन्हां दे जीवन की एक बड़ी वड्डी घटना की जिक्र करन लगा, जिस विच गुरु साहब गुरु हरगोबिंद साहब देखते हैं कि उन्होंने ग्रैंड सन, उन्होंने पोतरे बाबा गुरदिता जी का पुत्र जिहड़े गुरु हर राय साहब सन, वो बाग विचों जाते हैं तो उन्होंने खुले कपड़िया चोले दे नाल कुछ फुल गिर जाते हैं। बड़ी वैल नोन स्टोरी है। तो उन्होंने उन्होंने उस वक्त कहा कि नहीं, तुसी इस गल का ख्याल रखना कि कुदरत दे जेड़े परमात्मा दे दिते हुए गिफ्ट्स ने, फुल है या कोई होर चीज़ां ने, इन्हों असी कभी भी डिस्ट्रॉय नहीं होने करना, बल्कि इन्हों प्रिजर्व करना। सो उन्होंने उत्ते गुरु हर राय जी के उत्ते बचपन तो ही उन्होंने दादा जी 6वें पातशाह गुरु हरगोबिंद साहब जी का, क्योंकि ज़्यादा समा उन्होंने नाल इकट्ठे बीते, उन्होंने ते बड़ा प्रभाव पिया, और उस प्रभाव हेठ ही उन्होंने एक हस्पताल भी बनाया जिथे हर्बल मैडिसन जिहड़ी सी सधारण उन्होंने नाल लोकां दा मुफ्त इलाज किया जाता सी। और दसिया जाता है कि उस वक्त जिहड़ा बादशाह शाहजहां सी, उसका वड्डा पुत्र दारा शिको जो उस वे गद्दी का हकदार सी, पर उसनों ਉਹਦੇ छोटे भरा औरंगजेब ने ਭਰਾਵਾਂ ਨੂੰ ਮਾਰ ਕੇ ਬਾਪ ਨੂੰ ਕੈਦ ਕਰ ਉਸਨੂੰ ਪਰੇਸ਼ਾਨ ਕੀਤਾ। ਤਾਂ ਉਹ ਇੱਕ ਵਾਰੀ ਬਹੁਤ ਬਿਮਾਰ ਹੋ ਗਿਆ ਸੀ ਦਾਰਾ ਸ਼ਿਕੋ। ਤਾਂ ਉਸ ਦਾ ਟ੍ਰੀਟਮੈਂਟ ਕਰਦੇ ਕਰਾਂਦੇ ਅਖੀਰ ਇੱਥੇ ਤੱਕ ਨੌਬਤ ਆ ਗਈ ਕਿ ਉਸ ਦਾ ਕੋਈ ਇਲਾਜ ਨਜ਼ਰ ਨਹੀਂ ਸੀ ਆ ਰਿਹਾ। ਤਾਂ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਜਾਓ, वो एक महान संत भी हैं, और नाल उन्होंने एक हर्बल मैडिसन दियां दवाइयां का हस्पताल भी बनाया। सो कहते हैं कि उत्थे उन्हों का इलाज होया, और एक बड़ा असाध रोग सी जिसका कोई इलाज नहीं सी हो पा रहा, उस तो उन्होंने उसनूं छुटकारा दवाया। और यो ही नहीं, जिस वक्त दारा शिको औरंगजेब दे जुल्म तो भज के लुकदा फिरदा सी, उस वक्त उसने गुरु साहब की शरण ली और उन्होंने उसनूं प्रोटेक्ट किया। सो ये उन्होंने दया वाले भाव दर्शाता है। इस तो अलावा उन्होंने पशु पंछियों के इलाज लई दवा दारू लिए भी एक हस्पताल बनाया, जिथे जख्मी पशुओं का पंछियों का इलाज हुंदा सी। और कई पंछी दसिया जाता है पशु जिहड़े आंदे सन उन्होंने लिया के इलाज करते सन, वो अखीर उत्थे ही टिक जाते सन, क्योंकि उन्होंने लागे चागे रख उसनों कहते हैं पंजाबी विच, यानी एक किस्म के जंगल सन जिन्हां दे विच के खुले घूमन फिरन दी पंछियां नूं पशुओं नूं आज़ादी सी, कोई उन्हां नूं मारदा नहीं सी। उत्थे उन्हां नूं पालिया भी जांदा सी। गुरु साहब उन्हां नूं खाण दा भी, उन्हां दे पानी दा, बाकी चीज़ां दा हिफाजत का इंतजाम करते सी,
और उत्थे कोई चार चफेरे कोई जंगले या कोई इस किस्म दियां कोई पिंजरे नहीं सन। खुली हवा दे विच वो सारे गुरु साहब दे चार चफेरे उत्थे रहिंदे सन। एक होर गल ये है कि उन्होंने फलों के बाग और फलों के जंगल भी लगाए ते सोहने सोहने फुल्लां दे बगीचे बनवाए। ये जिहड़ी फ्रूट फॉरेस्ट दी एक कॉन्सैप्ट हुण रीसेंटली शुरू हुई है कुछ मुल्कां दे विच। ये दरअसल गुरु हरराय साहब के समय दे विच उन्हां दी देन सी। उन्होंने कहा सी कि जिहड़े कुदरती फल ने ਉਹਨਾਂ ਨੂੰ ਵੀ ਵਿਕਸਿਤ ਕਰਕੇ ਲੋਕਾਂ ਤੱਕ ਪਹੁੰਚਣਾ ਚਾਹੀਦਾ। ਹਰ ਬੰਦਾ ਕਈ ਵਾਰੀ ਕਈ ਚੀਜ਼ਾਂ ਨਹੀਂ ਵੀ ਖਰੀਦ ਸਕਦਾ ਤੇ ਉਹਨਾਂ ਨੂੰ ਵੀ ਦੇ ਸ਼ੁਡ ਹੈਵ ਐਕਸੈਸ, ਉਹਨਾਂ ਨੂੰ ਉੱਤੇ ਪਹੁੰਚ ਹੋਣੀ ਚਾਹੀਦੀ ਹੈ ਕਿ ਉਹਨਾਂ ਬਾਗਾਂ ਦੇ ਵਿੱਚ ਜਿਹੜੇ ਜੰਗਲਾਂ ਦੇ ਵਿੱਚ ਹੁੰਦੇ ਨੇ, ਮੈਂ ਉਹਨਾਂ ਦੀ ਗੱਲ ਅੱਗੇ ਕਰਾਂਗਾ। ਇਹਦੀ ਕਨਸੈਪਟ ਉੱਥੋਂ ਸ਼ੁਰੂ ਹੋਈ ਸੀ। ਸੋ ਇਹ ਕਿਸੇ ਦੀ ਬਣਾਈ ਹੋਈ ਇੱਕ ਪੇਂਟਿੰਗ ਹੈ ਜਿਸ ਵਿੱਚ ਗੁਰੂ ਸਾਹਿਬ ਉਸ ਵਾਤਾਵਰਣ ਨੂੰ ਕ੍ਰੀਏਟ ਕਰ ਰਹੇ ਨੇ ਜਿਸ ਦੀ ਮੈਂ ਗੱਲ ਕੀਤੀ। ਸੋ ਵੈਸੇ ਤਾਂ ਜੇ ਗੁਰਬਾਣੀ ਨੂੰ ਪੜ੍ਹੋ ਤਾਂ ਉਸ ਦੇ ਵਿੱਚ ਕੁਦਰਤ ਦਾ ਜ਼ਿਕਰ ਬਾਰ-ਬਾਰ ਆਇਆ ਹੈ, ਪਹਿਲੇ ਗੁਰੂ ਸਾਹਿਬ ਤੋਂ ਹੀ। ਅੱਗੇ ਜਿਤਨੇ ਵੀ ਗੁਰੂ ਸਾਹਿਬਾਨ ਹੋਏ ਨੇ ਸਾਰਿਆਂ ਨੇ ਜ਼ਿਕਰ ਕੀਤਾ। ਤੇ ਜਦੋਂ ਗੁਰੂ ਨਾਨਕ ਸਾਹਿਬ ਵੀ ਆਪਣੀ ਯਾਤਰਾਵਾਂ ਤੇ ਜਾਂਦੇ ਸਨ ਤਾਂ ਉਹ ਕਿਸੇ ਰਾਜ ਮਹਿਲ ਵਿੱਚ ਲੋਕਾਂ ਦੇ ਸੱਦਿਆਂ ਤੇ ਨਹੀਂ ਸੀ ਜਾ ਕੇ ਰਹਿੰਦੇ। ਉਹ ਜੰਗਲ ਵਿੱਚ ਦਰਖਤ ਔਰ ਦਰਿਆ ਔਰ ਪੰਛੀਆਂ ਦੇ ਦੀ ਸੋਬਤ ਵਿੱਚ ਰਹਿਣਾ ਪਸੰਦ ਕਰਦੇ ਸਨ, ਕੁਦਰਤ ਨੂੰ ਪਿਆਰ ਕਰਦੇ ਸਨ। ਸੋ ਜਿਹੜੇ ਰੁੱਖ ਨੇ, ਫਲ ਨੇ, ਫੁੱਲ ਨੇ, ਜੰਗਲ ਹੈ, ਪੰਛੀ ਨੇ, ਹੋਰ ਜਿਹੜੇ ਜੀਵ ਨੇ, ਇਹਨਾਂ ਦੀ ਗੁਰਬਾਣੀ 'ਚ ਬਾਰ-ਬਾਰ ਗੱਲ ਹੁੰਦੀ ਹੈ। ਇਸੇ ਤਰ੍ਹਾਂ ਚੰਦ, ਸੂਰਜ, ਰੁੱਤਾਂ, ਨਦੀਆਂ, ਸਮੁੰਦਰਾਂ ਦੀ ਗੱਲ ਦੇ ਦ੍ਰਿਸ਼ਟਾਂਤ ਆਉਂਦੇ ਨੇ। ਸੋ ਗੁਰੂ ਸਾਹਿਬ ਇਹਨਾਂ ਜੀਵਾਂ ਔਰ ਇਹਨਾਂ ਵਰਤਾਰਿਆਂ ਦੀ ਜਿਹੜੀ ਚੰਗੀਆਂ ਗੱਲਾਂ ਨੇ, ਉਹਨਾਂ ਦੇ ਵਿੱਚ ਜਿਹੜੇ ਗੁਣ ਨੇ, ਉਹਨਾਂ ਤੋਂ ਇਨਸਾਨ ਨੂੰ, ਸਿੱਖਾਂ ਨੂੰ ਕੁਝ ਸਿੱਖਣ ਦਾ ਵੀ ਉਪਦੇਸ਼ ਬਾਣੀ ਦਿੰਦੇ ਨੇ। ਇਹ ਸਾਡੀ ਟ੍ਰੈਡੀਸ਼ਨ ਹੈ। ਇਸੇ ਤਰ੍ਹਾਂ ਤੁਸੀਂ ਦੇਖੋ ਜਪਜੀ ਸਾਹਿਬ ਵਿੱਚ ਹੀ ਅਖੀਰ ਤੇ ਪਵਨ ਨੂੰ ਗੁਰੂ ਕਿਹਾ ਗਿਆ, ਪਾਣੀ ਨੂੰ ਪਿਤਾ ਕਿਹਾ ਗਿਆ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਤੇ ਦਿਨ ਰਾਤ ਨੂੰ ਸਾਡੇ ਪਾਲਕ ਕਹਿ ਕੇ ਉਹਨਾਂ ਨੇ ਬੜਾ ਸਤਿਕਾਰ ਦਿੱਤਾ। ਬਾਅਦ ਦੇ ਵਿੱਚ ਵੀ ਦਸਮ ਪਿਤਾ ਤੋਂ ਬਾਅਦ ਵੀ ਜਿਹੜੇ ਇਤਿਹਾਸਕ ਗੁਰਦੁਆਰੇ ਕਈ ਬਣੇ, ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਰੁੱਖਾਂ ਦੇ ਨਾਵਾਂ ਉੱਤੇ ਹੀ ਗੁਰਦੁਆਰਿਆਂ ਦੇ ਨਾਂ ਰੱਖੇ ਗਏ। ਤੁਸੀਂ ਅਕਸਰ ਦੇਖੋ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 3 ਬੇਰੀਆਂ ਹਨ। ਸੋ ਬਾਬਾ ਬੁੱਢਾ ਜੀ ਦੀ ਬੇਰੀ ਹੈ, ਲਾਚੀ ਬੇਰੀ ਹੈ, ਦੁੱਖ ਭੰਜਨੀ ਬੇਰੀ। ਜਾਂ ਉਧਰ ਮਾਲਵੇ ਵੱਲ ਜਾਓ ਤਾਂ ਉੱਥੇ ਜੰਡ ਸਾਹਿਬ ਗੁਰਦੁਆਰਾ ਸਾਹਿਬ ਨੇ, ਇੱਧਰ ਰੀਠਾ ਸਾਹਿਬ ਗੁਰਦੁਆਰਾ ਹੈ, ਅੰਬ ਸਾਹਿਬ ਗੁਰਦੁਆਰਾ ਹੈ ਹਰਿਆਣੇ ਵਿੱਚ ਇੱਕ ਜਗ੍ਹਾ ਤੇ। ਇਸੇ ਤਰ੍ਹਾਂ ਅੰਮ੍ਰਿਤਸਰ 'ਚ ਪਿਪਲੀ ਸਾਹਿਬ ਹੈ। ਸੋ ਰੁੱਖਾਂ ਨੂੰ ਇੰਪੋਰਟੈਂਸ ਦਿੱਤੀ ਗਈ ਹੈ। ਔਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਜਿਹੜੇ ਸਿੱਕੇ ਵੀ ਬਣਦੇ ਸਨ, ਉਹਨਾਂ ਸਿੱਕਿਆਂ ਦੇ ਇੱਕ ਪਾਸੇ ਹਮੇਸ਼ਾ ਕਿਸੇ ਨਾ ਕਿਸੇ ਰੁੱਖ ਦੇ ਪੱਤੇ ਦੀ ਤਸਵੀਰ ਹੁੰਦੀ ਸੀ ਤੇ ਦੂਸਰੇ ਪਾਸੇ ਜਾਂ ਕਿਰਪਾਨ ਹੈ ਜਾਂ ਖੰਡਾ ਹੈ ਜਾਂ ਕੋਈ ਹੋਰ ਇਸ ਕਿਸਮ ਦੇ ਸਿੱਖੀ ਦੇ ਨਿਸ਼ਾਨ ਹੁੰਦੇ ਸਨ। ਮਹਾਰਾਜੇ ਨੇ ਕਦੀ ਵੀ ਆਪਣਾ ਨਾਂ ਨਹੀਂ ਸੀ ਲਿਖਾਇਆ, ਆਪਣੀ ਉਸ ਦੇ ਉੱਤੇ ਕੋਈ ਤਸਵੀਰ ਨਹੀਂ ਸੀ ਬਣਵਾਈ। ਹਾਂ, ਉਹਨਾਂ ਦੇ ਜਾਣ ਤੋਂ ਬਾਅਦ 1-2 ਸਿੱਕੇ ਫਰਾਂਸ ਵਿੱਚ ਬਣੇ ਸਨ ਜਿਨ੍ਹਾਂ ਵਿੱਚ ਉਹਨਾਂ ਦੇ ਉੱਤੇ ਉਹਨਾਂ ਦੀ ਮਹਾਰਾਜੇ ਦੀ ਤਸਵੀਰ ਆਈ ਸੀ, ਪਰ ਉਹਨਾਂ ਨੇ ਆਪਣੇ ਜੀਂਦੇ ਜੀ ਇਹ ਕੰਮ ਨਹੀਂ ਕੀਤਾ। ਉਹਨਾਂ ਸਿੱਕਿਆਂ ਉੱਤੇ ਹਮੇਸ਼ਾ ਉਹਨਾਂ ਨੇ ਹਰਿਆਵਲ ਜਿਸ ਦੀ ਨਿਸ਼ਾਨੀ ਪੱਤੇ ਸਨ, ਉਹਨਾਂ ਨੂੰ ਹਮੇਸ਼ਾ ਉਕਰਦੇ ਸਨ। ਹੁਣ ਅੱਜ ਤੁਸੀਂ ਦੇਖੋ ਕਿ 350 ਸਾਲ ਹੋ ਗਏ ਨੇ। 1645 ਤੋਂ ਬਾਅਦ 1995 ਤੋਂ ਇਹ ਲੋਕਾਂ ਦੇ ਵਿੱਚ ਜਾਗਰਤੀ ਆਉਣ ਲੱਗੀ ਕਿ ਅਸੀਂ ਕੀ ਕਰ ਰਹੇ ਹਾਂ। ਜੰਗਲ ਕੱਟੀ ਜਾ ਰਹੇ ਹਾਂ ਜਾਂ ਸਾੜੀ ਜਾ ਰਹੇ ਹਾਂ, ਕਿਉਂਕਿ ਲੋਕਾਂ ਨੂੰ ਰਹਿਣ ਵਾਸਤੇ ਮਕਾਨ ਬਣਾਉਣ ਲਈ, ਫੈਕਟਰੀਆਂ ਬਣਾਉਣ ਲਈ ਔਰ ਖੇਤੀ ਵਾਸਤੇ ਜਗ੍ਹਾ ਚਾਹੀਦੀ ਹੈ। ਸੋ ਜੰਗਲ ਕੱਟੇ ਜਾ ਰਹੇ ਨੇ।
ਲੱਕੜ ਹੈ, ਤੇਲ ਹੈ, ਕੋਲਾ ਹੈ, ਇਹਦੀ ਵਰਤੋਂ ਅੰਨ੍ਹੇਵਾਹ ਹੋਈ ਜਾ ਰਹੀ ਹੈ ਟਰਾਂਸਪੋਰਟੇਸ਼ਨ ਲਈ, ਬਾਕੀ ਚੀਜ਼ਾਂ ਲਈ। ਔਰ ਨਤੀਜਾ ਇਹ ਕਿ ਸਾਰੀਆਂ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਨੇ, ਉਹ ਸਾਰੀਆਂ ਗੈਸਿਸ ਚਾਰ ਚੁਫੇਰੇ ਉਹਨਾਂ ਨੇ ਖਰਾਬੀ ਕੀਤੀ ਹੋਈ ਹੈ, ਜਿਹਦਾ ਤੁਹਾਨੂੰ ਪਤਾ। ਤੋ ਜ਼ਹਿਰੀਲੀਆਂ ਗੈਸਾਂ 'ਚ ਇੰਨਾ ਵਾਧਾ ਹੋ ਰਿਹਾ ਹੈ, ਔਰ ਇਹਨਾਂ ਦਾ ਨਤੀਜਾ ਹੈ ਕਿ ਹਜ਼ਾਰਾਂ ਨਸਲਾਂ ਫੁੱਲ ਪੌਦਿਆਂ ਦੀਆਂ ਨਸ਼ਟ ਹੋਈਆਂ ਨੇ, ਹਜ਼ਾਰਾਂ ਨਸਲਾਂ ਪੰਛੀਆਂ ਤੇ ਪਸ਼ੂਆਂ ਦੀਆਂ ਨਸਲਾਂ ਤਬਾਹ ਹੋ ਚੁੱਕੀਆਂ ਨੇ ਇਹਨਾਂ ਜ਼ਹਿਰੀਲੀ ਗੈਸਾਂ ਕਰਕੇ। ਧਰਤੀ ਦਾ ਤਾਪਮਾਨ ਵੱਧ ਰਿਹਾ, ਹਵਾ, ਪਾਣੀ, ਧਰਤੀ, ਜਿਸ ਨੂੰ ਗੁਰੂ ਸਾਹਿਬ ਨੇ ਇੰਨਾ ਸਤਿਕਾਰ ਦਿੱਤਾ ਸੀ, ਜਿਵੇਂ ਮੈਂ ਦੱਸ ਕੇ ਹਟਿਆ, ਉਹ ਚਾਰ ਚੁਫੇਰੇ ਦੂਸ਼ਿਤ ਹੋ ਗਈਆਂ ਨੇ। ਔਰ ਇਸ ਦੂਸ਼ਿਤ ਵਾਤਾਵਰਣ ਦਾ, ਧਰਤੀ ਦਾ ਨਤੀਜਾ ਹੈ ਕਿ ਕੈਂਸਰ ਵਰਗੀਆਂ ਬਿਮਾਰੀਆਂ ਹੁਣ ਬਹੁਤ ਆਮ ਹੋ ਗਈਆਂ ਨੇ। ਪਸ਼ੂ ਪੰਛੀ ਜਿਹੜੇ ਨੇ ਉਹ ਆਪਣੇ ਘਰਾਂ ਤੋਂ ਜਦ ਜੰਗਲ ਕੱਟੇ ਗਏ ਤਾਂ ਉਹਨਾਂ ਦਾ ਜਿਹੜਾ ਨੈਚੁਰਲ ਹੈਬਿਟੈਟ ਸੀ, ਰਹਿਣ ਦੀ ਜਗ੍ਹਾ ਸੀ, ਉਹ ਖਤਮ ਹੋ ਗਈ। ਔਰ ਇਸੇ ਤਰ੍ਹਾਂ ਮਨੁੱਖਾਂ ਨਾਲ ਵੀ ਹੋ ਰਿਹਾ, ਉਹ ਸਾਰੇ ਰਿਫਿਊਜੀ ਹੁੰਦੇ ਜਾ ਰਹੇ ਨੇ। ਰਿਫਿਊਜੀ ਸਿਰਫ ਮਨੁੱਖ ਨਹੀਂ, ਪਸ਼ੂ ਪੰਛੀ ਵੀ ਰਿਫਿਊਜੀ ਹੋ ਗਏ ਨੇ। ਔਰ ਇਹਦਾ ਨਤੀਜਾ ਇਹ ਹੈ ਕਿ ਜਦ ਉਹ ਪੰਛੀ, ਉਹ ਪਸ਼ੂ ਆਪਣੇ ਨਾਲ ਵਾਇਰਸ ਜਿਨ੍ਹਾਂ ਨੂੰ ਉਹ ਬਰਦਾਸ਼ਤ ਕਰ ਸਕਦੇ ਸੀ, ਉਹ ਲੈ ਕੇ ਮਨੁੱਖੀ ਬਸਤੀਆਂ ਦੇ ਵੱਲ ਤੁਰ ਪੈਂਦੇ ਨੇ, ਤੇ ਉਹਦੇ ਨਾਲ ਨਵੀਆਂ ਨਵੀਆਂ ਮਹਾਮਾਰੀਆਂ ਪੈਦਾ ਹੋ ਰਹੀਆਂ ਨੇ। ਗਲੇਸ਼ੀਅਰ ਪਿਘਲ ਰਹੇ ਨੇ ਟੈਂਪਰੇਚਰ ਵਧਣ ਨਾਲ, ਜਿਹਦੇ ਨਾਲ ਕੀ ਹੋ ਰਿਹਾ ਕਿ ਕਈ ਜਗ੍ਹਾ ਦੇ ਉੱਤੇ ਹੜ੍ਹ ਆ ਰਹੇ ਨੇ, ਔਰ ਸਮੁੰਦਰਾਂ ਦਾ ਪਾਣੀ ਚੜ ਗਿਆ। ਸਮੁੰਦਰਾਂ ਦਾ ਪਾਣੀ ਕਈ ਜਗ੍ਹਾ ਤੇ 1-2 ਫੁੱਟ ਤੱਕ ਉੱਪਰ ਆ ਗਿਆ, ਜਿਹਦਾ ਨਤੀਜਾ ਹੈ ਕਿ ਕੰਢਿਆਂ ਦੇ ਉੱਤੇ ਜਿਹੜੀਆਂ ਹਿਊਮਨ ਸੈਟਲਮੈਂਟਸ ਨੇ, ਲੋਕੀ ਜਿੱਥੇ ਰਹਿੰਦੇ ਨੇ, ਉਹ ਪਾਣੀ ਦੇ ਵਿੱਚ ਡੁੱਬ ਕੇ ਉਹ ਵਿਚਾਰੇ ਬਰਬਾਦ ਹੋ ਰਹੇ ਨੇ, ਉੱਥੇ ਰਿਫਿਊਜੀ ਹੋ ਰਹੇ ਨੇ। ਸੋ ਇਹ ਕੁਝ ਗੱਲਾਂ ਤੁਹਾਨੂੰ ਪਤਾ ਨੇ, ਪਰ ਮੈਂ ਇਹਨਾਂ ਨੂੰ ਇਸ ਕਰਕੇ ਇੱਥੇ ਜ਼ਿਕਰ ਕਰ ਰਿਹਾ ਕਿ ਇਹ ਗੱਲਾਂ ਨੂੰ ਸਮਝਦੇ ਸਮਝਦੇ ਤਕਰੀਬਨ ਦੁਨੀਆ ਨੂੰ 350 ਸਾਲ ਲੱਗ ਗਏ। ਹਾਲਾਂਕਿ ਗੁਰਬਾਣੀ ਵਿੱਚ ਔਰ ਖਾਸ ਤੌਰ ਤੇ ਗੁਰੂ ਹਰ ਰਾਏ ਜੀ ਨੇ ਇਹਨਾਂ ਦਾ ਬਾਰ-ਬਾਰ ਯਾਨੀ ਜ਼ਿਕਰ ਕੀਤਾ, ਨਾ ਸਿਰਫ ਜ਼ਿਕਰ ਕੀਤਾ, ਉਪਦੇਸ਼ ਕੀਤਾ, ਔਰ ਜੰਗਲਾਂ ਨੂੰ, ਪੇੜ ਪੌਦਿਆਂ ਨੂੰ, ਪੰਛੀਆਂ ਨੂੰ, ਹਵਾ ਪਾਣੀ ਨੂੰ ਪ੍ਰੀਜ਼ਰਵ ਕਰਨ ਦੀ, ਉਸ ਨੂੰ ਬਚਾਉਣ ਦੀ ਜਿਹੜੀ ਗੱਲ ਹੈ, ਇਹ ਗੁਰਬਾਣੀ 'ਚ ਬੜੀ ਜਗ੍ਹਾ ਆਉਂਦੀ ਹੈ, ਉੱਥੋਂ ਸਿੱਖਣ ਦੀ ਗੱਲ ਆਉਂਦੀ ਹੈ। ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਔਰ ਇਹਨਾਂ 350 ਸਾਲਾਂ ਤੋਂ ਬਾਅਦ 1995 ਵਿੱਚ ਸਭ ਤੋਂ ਪਹਿਲੀ ਵਾਰੀ ਪ੍ਰਿੰਸ ਫਿਲਿਪ, ਜਿਨ੍ਹਾਂ ਦੀ ਕੱਲ ਡੈਥ ਹੋਈ ਹੈ, ਔਰ ਉਹਨਾਂ ਦੇ ਨਾਲ ਇੱਕ ਸਕਾਲਰ ਸਨ ਮਾਰਟਿਨ ਪਾਮਰ, ਇਹਨਾਂ ਨੇ ਮਿਲ ਕੇ ਇੱਕ ਐਸੋਸੀਏਸ਼ਨ ਬਣਾਇਆ 1995 ਵਿੱਚ। ਉਹਦਾ ਨਾਮ ਸੀ Association of Religions and Conservation, ARC। और ये 2020 तक, पिछले साल तक इसने बड़ा एक्टिवली काम किया, लेकिन पिछले साल चूँकि प्रिंस फिलिप बीमार हो गए सन, और मार्टिन पामर भी काफ़ी बजुर्ग हो गए ने, सो इन्हां वालों थोड़ा जिहा दिलचस्पी घट गई। सो ये हुण तकरीबन बंद होने दे नेड़े चेड़े पहुँच गया। पर इन्हां 25 सालां दे विच इन्हां ने बहुत काम किया, और इन्हां दे उत्साह करके सब तो पहली जापान दे विच एक क्योटो प्रोटोकॉल, क्योटो शहर का नाम है जिथे कि इंटरनेशनल कॉन्फ्रेंस हुई, और उस दे विच सोचा गया भी जी असी चार चफेरे जी खराबी कर रहे हैं, इस दे नाल सारी धरती ते तबाही हो रही है। पर उन्हां दे एफर्ट्स तो बाद भी लोकां च जागरूकता थोड़ी बहुत आई, पर क्योटो प्रोटोकॉल जिहड़ा सी वो फेल हो गया, क्योंकि बहुत सारे मुल्कां दे लोकां ने इस नूं जां ते समझे नहीं, ते जे समझे ते उहदे वल कोई इंपॉर्टेंस उन्होंने उसनूं नहीं दित्ती। फिर 2007 में दोबारा जब देखा कि टैंपरेचर इन्ना वध रहा है और सारी दुनिया दे विच इन्नी खराबी हो रही है, कई नवे किस्म के एपीडेमिक्स और पेंडेमिक्स आ रहे हैं,
तो UNDP यूनाइटेड नेशंस का डेवलपमेंट प्रोग्राम सी उसने इस पासे इंटरनेशनल कॉन्फ्रेंसिस वगैरह करानी शुरू की। पेरिस एग्रीमेंट एक हुई जिस ਵਿੱਚ लगभग 200 कंट्रीज़ ਦੇ रिप्रजेंटेटिव्स ने एक किया कि टैंपरेचर ਨੂੰ ਵਧਣ ਤੋਂ ਔਰ ਇਸ ਪੋਲਿਊਸ਼ਨ ਨੂੰ ਰੋਕਣਾ ਚਾਹੀਦਾ, ਪਰ ਉਹਦੇ ਵਿੱਚ ਵੀ ਸਾਰੇ ਇਕੱਠੇ ਨਹੀਂ ਹੋ ਪਾਏ। ਔਰ ਹੁਣ ਸ਼ਾਇਦ 2021 ਦੇ ਵਿੱਚ ਅਮਰੀਕਾ ਦੇ ਵਿੱਚ ਇਸ ਨੂੰ ਪੈਰਿਸ ਅਕੋਰਡ ਨੂੰ ਦੁਬਾਰਾ ਅਸੈਪਟ ਕੀਤਾ ਜਾ ਰਿਹਾ, ਜਿਹੜਾ ਕਿ ਪਿਛਲੀ ਐਡਮਿਨਿਸਟ੍ਰੇਸ਼ਨ ਨੇ ਉਸ ਨੂੰ ਟੋਟਲੀ ਰਿਜੈਕਟ ਕਰ ਦਿੱਤਾ ਸੀ, ਜਿਹਦੇ ਕਰਕੇ ਉਹ ਆਲਮੋਸਟ ਡੈਡ ਸੀ। ਇਟ ਵਾਜ਼ ਅ ਫੇਲਿਓਰ ਇਨ ਸਪਾਈਟ ਆਫ ਗੁੱਡਵਿਲ। ਸੋ ਉਸ ਤੋਂ ਬਾਅਦ ਇੱਕ 2019 ਦੇ ਵਿੱਚ ਇੱਕ ਕਮਿਊਨਿਟੀ ਓਰੀਐਂਟਡ ਪ੍ਰੋਗਰਾਮਸ ਬਣੇ ਸਨ, ਜਿਹੜੇ ਹੁਣ ਥੋੜੇ ਬਹੁਤ ਚੱਲ ਰਹੇ ਨੇ। ਪਰ ਮੈਂ ਫੋਕਸ ਕਰਾਂਗਾ ਈਕੋ ਸਿੱਖ ਦੇ ਉੱਤੇ, ਜਿਹੜੀ 2009 ਵਿੱਚ ਬਣੀ। ਔਰ ਇਸ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਈਕੋ ਸਿੱਖ ਹੀ ਇਸ ਵੇਲੇ ਇੱਕ ਐਸਾ ਅਦਾਰਾ ਹੈ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕਿ ਐਕਟਿਵਲੀ ਕੰਮ ਕਰ ਰਿਹਾ ਹੈ। ਬਾਕੀ ਡੱਕੋ ਡੋਲੇ ਖਾਂਦੇ ਨੇ, ਕਦੀ ਚੱਲ ਪੈਂਦੇ ਨੇ, ਕਦੀ ਬੰਦ ਹੋ ਜਾਂਦੇ, ਕਦੀ ਕੋਈ ਉਹਨਾਂ ਨੂੰ ਸਪੋਰਟ ਕਰਦਾ ਹੈ, ਕੋਈ ਉਹਨਾਂ ਨੂੰ ਰਿਜੈਕਟ ਕਰ ਦਿੰਦਾ ਹੈ। ਪਰ ਗੁਰੂ ਸਾਹਿਬ ਦੀ ਮਿਹਰ ਨਾਲ ਈਕੋ ਸਿੱਖ ਦਾ ਜਿਹੜਾ ਯਤਨ ਹੈ ਉਹ ਲਗਾਤਾਰ ਕਾਮਯਾਬ ਹੋ ਰਿਹਾ ਹੈ। ਸੋ ਈਕੋ ਸਿੱਖ ਦਾ ਜਿਹੜਾ ਕੈਨੇਡਾ ਵਿੱਚ ਜਿਹੜਾ ਉਸ ਦਾ ਐਂਬਲਮ ਹੈ, ਉਹਦੇ ਵਿੱਚ ਉਹਨਾਂ ਨੇ ਉੱਪਰਲਾ ਹਿੱਸਾ ਜਿਹੜਾ ਤੁਸੀਂ ਲੈਫਟ ਤੇ ਦੇਖ ਰਹੇ ਹੋ, ਈਕੋ ਸਿੱਖ ਕੇਅਰ ਫॉर ਨੇਚਰ ਐਂਡ ਕੇਅਰ ਫॉर ਆਲ, ਉਹਦੇ ਹੇਠਾਂ ਇਹਨਾਂ ਨੇ ਆਪਣੇ ਆਪਣੇ ਕੰਟਰੀ ਦੇ ਫਲੈਗਸ ਉਹਨਾਂ ਲਗਾਏ ਨੇ। ਅਮਰੀਕਾ ਨੇ ਆਪਣੇ ਲਗਾਏ ਨੇ ਤੇ ਇਸੇ ਤਰ੍ਹਾਂ ਕੈਨੇਡਾ ਨੇ ਆਪਣੇ, UK ਨੇ ਆਪਣੇ, ਐਟਸੈਟਰਾ। ਰਾਈਟ ਤੇ ਤੁਸੀਂ ਦੇਖ ਰਹੇ ਹੋ ਆਰਕ ਜਿਹੜਾ ਹੈ ਐਸੋਸੀਏਸ਼ਨ ਆਫ ਰਿਲੀਜਨ ਐਂਡ ਕੰਜ਼ਰਵੇਸ਼ਨ, ਪ੍ਰਿੰਸ ਫਿਲਿਪ ਦਾ, ਉਸ ਦਾ ਐਂਬਲਮ ਹੈ। ਔਰ ਉਹਨਾਂ ਨੇ UNDP ਨੇ ਹੁਣ ਇਸ ਨੂੰ ਟੇਕ ਓਵਰ ਕਰ ਲਿਆ ਹੈ। ਸੋ ਲੈਟਸ ਹੋਪ ਕਿ ਇਹ ਚੱਲਦੇ ਰਹਿਣਗੇ। ਹੁਣ ਮੈਂ ਗੱਲ ਕਰਦਾ ਹਾਂ ਈਕੋ ਸਿੱਖ ਦੀ, ਕਿ 2009 ਚ ਵਾਤਾਵਰਣ ਦੇ ਬਾਰੇ ਇੱਕ ਸਿੱਖ ਸੰਸਥਾ ਕਾਇਮ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਹਰਿਰਾਏ ਜੀ ਦੇ ਸੰਦੇਸ਼ ਅਨੁਸਾਰ, ਯਾਨੀ ਸਿੱਖਾਂ ਵੱਲੋਂ ਰਲ ਕੇ ਵਾਸ਼ਿੰਗਟਨ ਦੇ ਡਾਕਟਰ ਰਾਜਵੰਤ ਸਿੰਘ ਜੀ ਦੀ ਅਗਵਾਈ ਹੇਠ ਇਸ ਨੂੰ ਬਣਾਇਆ ਗਿਆ। ਔਰ ਹੁਣ ਵੀ ਉਹ ਬੜੇ ਐਕਟਿਵ ਨੇ ਇਸ ਦੇ ਵਿੱਚ। ਇੰਡੀਆ ਤੋਂ ਅੰਮ੍ਰਿਤਸਰ ਦੇ ਬਾਬਾ ਸੇਵਾ ਸਿੰਘ ਜੀ ਔਰ ਕਪੂਰਥਲੇ ਦੇ ਬਾਬਾ ਬਲਬੀਰ ਸਿੰਘ ਸੇਚੀਵਾਲ ਜੀ, ਜਿਨ੍ਹਾਂ ਦੇ ਤੁਸੀਂ ਨਾਂ ਸੁਣੇ ਹੋਣਗੇ, ਇਹਨਾਂ ਨੇ ਵੀ ਇਸ ਦੇ ਵਿੱਚ ਸਹਿਯੋਗ ਦਿੱਤਾ ਜਦੋਂ ਇਹ ਸੰਸਥਾ ਬਣ ਗਈ। ਇੱਕ ਈਕੋ ਸਿੱਖ ਦੇ ਨਾਲ ਉਹਨਾਂ ਨੇ ਹੋਰ ਸੰਸਥਾ ਬਣਾਈ, ਉਹਦਾ ਨਾਂ ਰੱਖਿਆ ਸਕੋਰ। ਸਕੋਰ ਸਟੈਂਡਸ ਫॉर ਸਿੱਖ ਕਾਉਂਸਲ ਆਫ ਰਿਲੀਜਨ ਐਂਡ ਐਜੂਕੇਸ਼ਨ। ਸੋ ਇਹਦੇ 'ਚ ਉਹਨਾਂ ਨੇ ਸਿੱਖ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦਾ, ਉਹਨਾਂ ਦੀ ਪੜ੍ਹਾਈ ਦੇ ਵਿੱਚ ਹੈਲਪ ਕਰਨ ਦਾ, ਔਰ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਐਨਵਾਇਰਨਮੈਂਟ ਨੂੰ ਸ਼ਾਮਿਲ ਕਰਨ ਦਾ ਇੱਕ ਉਹਨਾਂ ਨੇ ਏਮ ਬਣਾ ਕੇ ਇਹ ਦੂਜੀ ਸੰਸਥਾ ਉਹਨਾਂ ਨੇ ਬਣਾਈ। ਸੋ ਈਕੋ ਸਿੱਖ ਔਰ ਸਕੋਰ ਇਹ ਦੋਨੋਂ ਇਕੱਠੇ ਇੱਕੋ ਅੰਬਰੇਲਾ ਦੇ ਅੰਡਰ ਕੰਮ ਕਰ ਰਹੇ ਨੇ। ਸੋ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਉਤਸਵ ਆਇਆ ਸੀ 2019 ਵਿੱਚ, ਤਾਂ ਉਸ ਵਕਤ ਇਹਨਾਂ ਦੋਨਾਂ ਨੇ ਖਾਸ ਤੌਰ ਤੇ ਈਕੋ ਸਿੱਖ ਨੇ ਇਹ ਟੀਚਾ ਰੱਖਿਆ ਸੀ ਕਿ ਅਸੀਂ ਦੁਨੀਆ ਭਰ 'ਚ 10 ਲੱਖ ਰੁੱਖ ਲਗਾਵਾਂਗੇ, ਕਿਉਂਕਿ ਡੀਫੋਰੈਸਟੇਸ਼ਨ ਆਲਰੇਡੀ ਹੋ ਰਹੀ ਹੈ, ਜਿਹਦਾ ਬੜਾ ਨੁਕਸਾਨ ਹੋ ਰਿਹਾ, ਪਾਰਟਿਕੂਲਰਲੀ ਇੰਡੀਆ ਵਿੱਚ ਵੀ। ਔਰ 550 ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਪਵਿੱਤਰ ਜੰਗਲ ਨਵੇਂ ਲਗਾਵਾਂਗੇ। ਸੋ 550ਵੇਂ ਸਾਲ ਤੇ 550 ਜੰਗਲਾਂ ਦਾ ਇੱਕ ਲਗਾਉਣ ਦਾ ਟੀਚਾ ਰੱਖਿਆ ਗਿਆ। ਔਰ ਉਹਦੇ 'ਚ ਇਹ ਸੋਚਿਆ ਗਿਆ ਸੀ ਕਿ ਅਸੀਂ ਉਸ ਕਿਸਮ ਦੇ
रुख लगावांगे, दरख्त लगावांगे जिन्हां दा गुरु ग्रंथ साहिब जी विच बाणी विच जिक्र आंदा है, ताकि वो अलोप ना हो जाण। ਇੱਥੇ मैं ये भी दस दियां कि 2009 ਚ ਜਿਸ ਜਦੋਂ ਈਕੋ ਸਿੱਖ ਔਰ ਸਕੋਰ ਸਿੱਖਾਂ ਦੀਆਂ ਸੰਸਥਾਵਾਂ ਬਣੀਆਂ ਗੁਰੂ ਜੀ ਦੇ ਆਸ਼ੇ ਅਨੁਸਾਰ, ਉਸ ਵਕਤ ਇੱਕ ਵਿੰਡਸਰ ਕੈਸਲ ਦੇ ਵਿੱਚ ਯੂਕੇ ਦੇ ਵਿੱਚ ਇੱਕ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ, ਜਿਹਦੇ ਵਿੱਚ UNDP ਯੂਨਾਈਟਿਡ ਨੇਸ਼ਨਸ ਦਾ ਆਰਗੇਨਾਈਜੇਸ਼ਨ ਸੀ, ਆਰਕ ਜਿਹਨੂੰ ਪ੍ਰਿੰਸ ਫਿਲਿਪ ਔਰ ਉਹਨਾਂ ਨੇ ਬਣਾਇਆ ਸੀ, ਔਰ ਸਕੋਰ ਔਰ ਈਕੋ ਸਿੱਖ, ਇਹ ਸਾਰੇ ਸ਼ਾਮਲ ਹੋਏ ਸਨ। ਔਰ ਈਕੋ ਸਿੱਖ ਨੇ ਉਸ ਦੇ ਵਿੱਚ ਇੱਕ ਬੜਾ ਪ੍ਰੋਮੀਨੈਂਟ ਰੋਲ ਪਲੇ ਕੀਤਾ, ਜਿਸ ਨੂੰ ਕਿ ਪ੍ਰਿੰਸ ਫਿਲਿਪ ਔਰ ਬਾਕੀ ਦੁਨੀਆ ਦੇ ਲੋਕਾਂ ਨੇ, ਜਿਹੜੇ ਧਾਰਮਿਕ ਲੋਕ ਉੱਥੇ ਇਕੱਠੇ ਹੋਏ ਸਨ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ। ਔਰ ਇਹ ਗੱਲ ਕਹੀ ਗਈ ਕਿ ਜੇ ਧਰਮਾਂ ਦੇ ਜਿਹੜੇ ਉਦੇਸ਼ ਨੇ ਜਾਂ ਸੰਦੇਸ਼ ਨੇ, ਉਹਦੇ ਮੁਤਾਬਕ ਅਸੀਂ ਵਾਤਾਵਰਣ ਦੀ ਸੰਭਾਲ ਕਰ ਸਕੀਏ, ਤਾਂ ਇਹ ਇੱਕ ਬੜਾ ਵੱਡਾ ਧਰਮ ਦੀ ਯਾਨੀ ਅੱਛਾ ਪ੍ਰਭਾਵ ਲੋਕਾਂ 'ਤੇ ਪਏਗਾ, ਕਿਉਂਕਿ ਹਰ ਧਰਮ ਨੂੰ ਮੰਨਣ ਵਾਲੇ ਲੋਕ ਹੈਗੇ ਨੇ। ਅਗਰ ਉਹਨਾਂ ਨੂੰ ਇਹ ਗੱਲ ਦੱਸੀ ਜਾਏ ਕਿ ਇਹ ਵੀ ਇੱਕ ਧਰਮ ਹੈ, ਧਰਮ ਦਾ ਹੀ ਹਿੱਸਾ ਹੈ ਕਿ ਵਾਤਾਵਰਣ ਨੂੰ ਸੰਭਾਲਿਆ ਜਾਏ, ਤਾਂ ਇਹ ਗੱਲ ਉਹਨਾਂ ਨੂੰ ਜ਼ਿਆਦਾ ਅੱਛੀ ਲੱਗੇਗੀ। ਸੋ ਇਸ ਨੂੰ, ਧਰਮ ਨੂੰ ਇਸ ਕੰਮ ਲਈ ਵਰਤਣ ਦਾ ਜਿਹੜਾ ਇਨੀਸ਼ੀਏਟਿਵ ਸੀ, ਪਹਿਲ ਸੀ, ਉਹ ਈਕੋ ਸਿੱਖ ਨੇ ਸ਼ੁਰੂ ਕੀਤੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਪ੍ਰੈਲ 9 ਅਪ੍ਰੈਲ ਦਾ, ਤੇ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ। ਇਸ ਸਾਲ ਥੋੜੀ ਬਹੁਤ ਡੇਟਸ ਅੱਗੇ ਪਿੱਛੇ ਹੋ ਜਾਂਦੀਆਂ ਨੇ ਕੈਲੰਡਰਾਂ ਦੇ ਹਿਸਾਬ ਨਾਲ, ਪਰ ਤਕਰੀਬਨ ਇਹੀ ਡੇਟ ਹੁੰਦੀ ਹੈ। ਤੇ ਮਾਰਚ 19 ਤੋਂ ਲੈ ਕੇ 9 ਅਪ੍ਰੈਲ ਦਾ ਜਿਹੜਾ ਸਮਾਂ ਸੀ, ਇਸ ਨੂੰ ਸਕੋਰ ਔਰ ਈਕੋ ਸਿੱਖ ਨੇ ਇੱਕ ਸਿੱਖ ਐਨਵਾਇਰਨਮੈਂਟ ਸੀਜ਼ਨ ਦਾ ਵੀ ਨਾਂ ਦਿੱਤਾ ਸੀ। ਸੀਜ਼ਨ ਤੋਂ ਤੁਸੀਂ ਅਰਥ ਸਮਝ ਸਕਦੇ ਹੋ ਕਿ ਫੋਕਸ ਇੱਕ ਦਿਨ ਤੇ ਨਹੀਂ ਹੈ, ਬਲਕਿ ਦੀ ਆਈਡੀਆ ਇਜ਼ ਟੂ ਯੂਜ਼ ਅ ਸਪੈਨ ਆਫ ਅ ਫਿਊ ਡੇਜ਼, ਕੁਝ ਦਿਨਾਂ ਦੀ ਜਿਹੜੀ, ਜਿਸ ਤਰ੍ਹਾਂ ਮਾਰਚ ਦੀ 14 ਤੋਂ ਅਪ੍ਰੈਲ ਦੀ 9 ਤੱਕ। ਇਸ ਸੀਜ਼ਨ ਦੇ ਵਿੱਚ ਇੱਕ ਤਾਂ ਮਾਰਚ ਦੀ 14 ਇਸ ਕਰਕੇ ਵੀ ਸੀ ਕਿਉਂਕਿ ਇਸ ਨੂੰ ਇਹ ਇੰਟਰਨੈਸ਼ਨਲ ਡੇ ਆਫ ਫੋਰੈਸਟਸ UN ਵੱਲੋਂ ਨਿਰਧਾਰਿਤ ਹੈ ਕਿ ਇੰਟਰਨੈਸ਼ਨਲ ਡੇ ਆਫ ਫੋਰੈਸਟ। ਉਹ ਕਹਿੰਦੇ ਨੇ ਕਿ ਫੋਰੈਸਟ ਨੂੰ ਪ੍ਰੀਜ਼ਰਵ ਕਰੋ, ਉਹਨਾਂ ਦੀ ਡੀਫੋਰੈਸਟੇਸ਼ਨ ਬੰਦ ਕਰੋ ਔਰ ਰੀਫੋਰੈਸਟੇਸ਼ਨ ਕਰੋ, ਨਵੇਂ ਜੰਗਲ ਲਗਾਓ। ਸੋ ਉਹ ਦਿਨ ਜਿਹੜਾ UN ਵੱਲੋਂ ਹੈ ਉਹ ਮਾਰਚ 14। ਸਾਡੇ ਲਈ ਇਸ ਕਰਕੇ ਵੀ ਪਵਿੱਤਰ ਹੈ ਕਿਉਂਕਿ ਸਿੱਖ ਜਗਤ ਵਿੱਚ ਇਹ ਚੇਤ ਦੀ ਸੰਗਰਾਂਦ ਹੈ, ਉਸ ਦਿਨ ਨਵਾਂ ਮਹੀਨਾ ਔਰ ਨਵਾਂ ਸਾਲ ਚੜ੍ਹਦਾ ਹੈ। ਸੋ ਇਹਨਾਂ ਨੇ ਈਕੋ ਸਿੱਖ ਵਾਲਿਆਂ ਨੇ 14 ਮਾਰਚ ਤੋਂ ਲੈ ਕੇ 9 ਅਪ੍ਰੈਲ ਦੇ ਸਮੇਂ ਨੂੰ ਇੱਕ ਸੀਜ਼ਨ ਦੇ ਤੌਰ ਤੇ ਮਨਾਇਆ, ਔਰ ਉਸ ਵਿੱਚ ਇਹਨਾਂ ਨੇ ਕੁਝ ਆਪਣੇ ਸਾਹਮਣੇ ਟੀਚੇ ਰੱਖੇ, ਕੁਝ ਗੋਲਸ ਰੱਖੇ ਕਿ ਵਟ ਆਰ ਆਵਰ ਗੋਲਸ। ਇੱਕ ਤਾਂ ਗੋਲ ਇਹ ਸੀ ਕਿ ਅਸੀਂ ਹਰ ਸਾਲ ਇਸ ਸੀਜ਼ਨ ਨੂੰ, ਡੇਟ ਇੱਕ ਆਧ ਦਿਨ ਅੱਗੇ ਪਿੱਛੇ ਹੋ ਸਕਦੀ ਹੈ, ਕੋਈ ਗੱਲ ਨਹੀਂ, ਪਰ ਇਸ ਨੂੰ ਐਨੂਅਲ ਈਕੋ ਸਿੱਖ ਸੀਜ਼ਨ ਦਾ ਪ੍ਰੋਗਰਾਮ ਮਨਾਇਆ ਜਾਵੇ ਔਰ ਉਹਦੇ ਲਈ ਦੱਸਿਆ ਵੀ ਕੀ ਕਰਨਾ ਹੈ। ਇਸੇ ਤਰ੍ਹਾਂ ਉਹਨਾਂ ਨੇ ਇੱਕ ਗਾਈਡ ਬੁੱਕ ਇਸ਼ੂ ਕੀਤੀ ਔਰ ਉਹਨਾਂ ਨੇ ਕਿਹਾ ਸੀ ਹਰ ਸਾਲ ਇੱਕ ਗਾਈਡ ਬੁੱਕ ਇਸ਼ੂ ਕਰਿਆ ਕਰਾਂਗੇ, ਜਿਸ ਵਿੱਚ ਦੱਸਾਂਗੇ ਵੀ ਇਸ ਸੀਜ਼ਨ ਦੇ ਵਿੱਚ ਸਿੱਖ ਕੌਮ ਨੇ, ਹਰ ਇੱਕ ਸਿੱਖ ਨੇ ਆਪਣੇ ਆਲੇ ਦੁਆਲੇ ਕੀ ਕਰਨਾ ਹੈ। ਇੱਕ ਉਹਨਾਂ ਨੇ ਇਹ ਗੱਲ ਟੀਚਾ ਰੱਖਿਆ ਕਿ ਸਾਰੀ ਦੁਨੀਆ 'ਚ ਤਕਰੀਬਨ ਅੰਦਾਜ਼ੇ ਨਾਲ 50,000 ਗੁਰਦੁਆਰੇ ਹੈਗੇ ਨੇ ਆਲ ਓਵਰ ਦੀ ਵਰਲਡ, ਜਿਨ੍ਹਾਂ ਦੇ ਵਿੱਚ ਲੰਗਰ ਬੜਾ ਪੁਰਾਣੀ ਪ੍ਰਥਾ ਮਾਤਾ ਖੀਵੀ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਤਾਂ ਉਹਨਾਂ ਨੇ ਇਹ ਈਕੋ ਸਿੱਖ ਨੇ ਇੱਕ ਆਪਣਾ ਏਮ ਇਹ ਬਣਾਇਆ ਕਿ ਇੱਥੇ ਤਕਰੀਬਨ ਜਿਹੜੇ 5 ਮਿਲੀਅਨ ਦੇ ਕਰੀਬ ਜਾਂ 50 ਲੱਖ ਦੇ ਕਰੀਬ ਜਿਹੜੀ ਸੰਗਤ ਲੰਗਰ ਛਕਦੀ ਹੈ,
ਉਹਨਾਂ ਨੂੰ ਹੌਲੀ ਹੌਲੀ ਕਰਕੇ ਆਰਗੈਨਿਕ ਚੀਜ਼ਾਂ ਉਹਨਾਂ ਲੰਗਰਾਂ ਦੇ ਵਿੱਚ ਪੇਸ਼ ਪ੍ਰੋਵਾਈਡ ਕੀਤੀਆਂ ਜਾਣ। ਕੋਈ ਸਬਜ਼ੀ ਹੈ ਜਾਂ ਕੋਈ ਹੋਰ ਚੀਜ਼ਾਂ ਨੇ, ਦਾਲਾਂ ਨੇ, ਉਹਨਾਂ ਨੂੰ ਜਾਂ ਅਨਾਜ ਵੀ ਜਿਹੜੇ ਨੇ ਉਹ ਆਰਗੈਨਿਕਲੀ ਪ੍ਰੋਡਿਊਸਡ ਹੋਣ। ਉਹ ਕੈਮੀਕਲ ਫਰਟੀਲਾਈਜ਼ਰਸ ਵਾਲੀਆਂ ਚੀਜ਼ਾਂ ਨੂੰ ਹੌਲੀ ਹੌਲੀ ਫੇਜ਼ ਆਊਟ ਕੀਤਾ ਜਾਏ ਔਰ ਆਰਗੈਨਿਕ ਲੰਗਰ ਉਹਦੀ ਜਗ੍ਹਾ ਤੇ ਇੰਸਟੀਟਿਊਟ ਕੀਤੇ ਜਾਣ। ਇਹ ਵੀ ਇੱਕ ਉਹਨਾਂ ਦਾ ਟਾਰਗੇਟ ਸਿੱਖ। ਔਰ ਜਿਹੜੀ ਮੇਨ ਇਸ ਵਕਤ ਸਿੱਖਾਂ ਦੇ ਲਈ ਜਿਹੜੀ ਕੰਸਰਨ ਹੈ, ਜਿਸ ਗੱਲ ਦੀ ਉਹਨਾਂ ਨੂੰ ਚਿੰਤਾ ਹੈ ਔਰ ਹੋਣੀ ਵੀ ਚਾਹੀਦੀ ਹੈ, ਪਾਰਟਿਕੂਲਰਲੀ ਪੰਜਾਬ ਵਾਸਤੇ, ਉਹ ਇੱਕ ਤਾਂ ਇਹ ਹੈ ਕਿ ਜੋ ਵੀ ਉੱਥੇ ਇਸ ਵਕਤ ਐਕਸੈਸਿਵ ਕ੍ਰੌਪਿੰਗ ਆਫ ਰਾਈਸ ਵਗੈਰਾ ਹੈ, ਜਿਨ੍ਹਾਂ ਨੂੰ ਕਿ ਹਾਈ ਡਿਮਾਂਡ ਆਫ ਵਾਟਰ ਹੈ, ਉਹਦੇ ਕਰਕੇ ਵਾਟਰ ਲੈਵਲ ਜਿਹੜਾ ਹੈ ਬੜੀ ਤੇਜ਼ੀ ਨਾਲ ਗਿਰ ਗਿਆ। ਔਰ ਐਸਟੀਮੇਸ਼ਨ ਇਹ ਹੈ ਕਿ ਲਗਭਗ ਹਰ ਸਾਲ 3 ਫੁੱਟ ਪਾਣੀ ਥੱਲੇ ਜਾ ਰਿਹਾ ਹੈ। ਇਹ ਐਵਰੇਜ ਵੈਲਿਊ ਹੈ, ਕਦੇ ਵੱਧ ਘੱਟ ਵੀ ਹੋ ਸਕਦਾ, ਇਹ ਅੰਦਾਜ਼ਾ ਹੈ। ਤੇ ਫੋਰੈਸਟ ਕਵਰ ਜਿਹੜਾ ਹੈ ਪੰਜਾਬ ਦਾ, ਇਸ ਵੇਲੇ ਇੰਡੀਆ 'ਚ ਸਭ ਤੋਂ ਲੋਐਸਟ ਉਹ ਪੰਜਾਬ ਹੈ, ਜਿਸ ਦੇ ਵਿੱਚ ਫੋਰੈਸਟ ਜਿਹੜੀ ਲੈਂਡ ਟੋਟਲ ਹੈ ਉਹਦਾ 4% ਦੇ ਉੱਤੇ ਫੋਰੈਸਟ ਹੈ, ਜਦਕਿ ਇਹ ਬੜਾ ਇਸੈਂਸ਼ੀਅਲ ਕੰਪੋਨੈਂਟ ਹੋਣਾ ਚਾਹੀਦਾ ਸੀ, ਗੁਰੂਆਂ ਦੀ ਧਰਤੀ ਸੀ। ਤੇ ਇੰਡਸਟਰੀਜ਼ ਜਿਹੜੀਆਂ ਨੇ ਉਹ ਅਨਟ੍ਰੀਟਡ ਵੇਸਟ ਜਿਹੜੀ ਹੈ ਉਹ ਤਕਰੀਬਨ 5000 ਟਨ ਹਰ ਰੋਜ਼ ਦਰਿਆਵਾਂ ਵਿੱਚ, ਧਰਤੀ ਵਿੱਚ, ਹਵਾ ਵਿੱਚ ਉਸ ਨੂੰ ਪੋਲਿਊਟ ਕਰਨ ਦੇ ਲਈ ਛੱਡ ਰਹੀ ਹੈ, ਜਿਹੜੀ ਕਿ ਅਨਟ੍ਰੀਟਡ ਹੈ, ਜਿਹਦੀ ਟ੍ਰੀਟਮੈਂਟ ਲੀਗਲੀ ਹੋਣੀ ਚਾਹੀਦੀ ਸੀ ਪਰ ਨਹੀਂ ਹੋ ਰਹੀ। ਔਰ ਦੁਨੀਆ ਦੇ ਜਿਹੜੇ 25 ਟੌਪ ਦੇ ਮੋਸਟ ਪੋਲਿਊਟਡ ਸਿਟੀਜ਼ ਨੇ, ਉਹਨਾਂ ਵਿੱਚੋਂ ਦੱਸਿਆ ਗਿਆ ਕਿ 4 ਤਾਂ ਇਕੱਲੇ ਪੰਜਾਬ ਦੇ ਏਰੀਆ 'ਚ ਹੀ ਹੈਗੇ ਨੇ। ਔਰ ਹਾਲਤ ਇਹ ਹੈ ਕਿ ਲਗਭਗ 20 ਨਵੇਂ ਕੇਸ ਕੈਂਸਰ ਦੇ ਪੇਸ਼ੈਂਟਸ ਦੇ ਹਰ ਰੋਜ਼ ਪੈਦਾ ਹੋ ਰਹੇ ਨੇ ਇਕੱਲੇ ਪੰਜਾਬ ਦੇ ਵਿੱਚੋਂ। ਔਰ ਕੈਂਸਰ ਟ੍ਰੇਨ ਦੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਕਿੰਨੇ ਲੋਕ ਉਸ ਤੋਂ ਬਿਮਾਰ ਹੋ ਰਹੇ ਇਹਨਾਂ ਕਾਰਨਾਂ ਕਰਕੇ, ਜਿਸ ਵੱਲ ਕਿ ਹੋਰ ਕਿਸੇ ਦਾ ਧਿਆਨ ਹੋਵੇ ਜਾਂ ਨਾ ਹੋਵੇ, ਪਰ ਇਕੋਸਿੱਖ ਦਾ ਧਿਆਨ ਹੈ। ਹੁਣ ਇਹ ਹੈ ਕਿ ਇਕੋਸਿੱਖ ਨੇ ਇਹਨੂੰ ਸੈਲੀਬ੍ਰੇਟ ਕਰਨ ਦੇ ਲਈ ਜਿਹੜੇ ਟੀਚੇ ਨੇ ਉਹਨੂੰ ਇੰਪਲੀਮੈਂਟ ਕਰਨ ਲਈ ਕੀ ਕੀਤਾ, ਉਹਨਾਂ ਨੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਗਾਈਡ ਬੁੱਕਸ ਬਣਾਈਆਂ ਨੇ। ਸੋ ਇਸ ਦਿਨ ਨੂੰ ਮਨਾਉਣ ਲਈ ਉਹਨਾਂ ਨੇ 7 ਪੁਆਇੰਟ ਇੱਕ ਪ੍ਰੋਗਰਾਮ ਬਣਾਇਆ। ਇੱਕ ਤਾਂ ਉਹਨਾਂ ਨੇ ਕਿਹਾ ਕਿ ਵਾਤਾਵਰਣ ਸੰਬੰਧੀ ਦੀਵਾਨ ਬਣਾਏ ਜਾਣ, ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦੀਆਂ ਸਾਖੀਆਂ ਦਾ ਵਿਖਿਆਨ ਹੋਵੇ, ਕੁਦਰਤ ਸੰਬੰਧੀ ਜੋ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਉਸ ਨੂੰ ਕੀਰਤਨ ਦੁਆਰਾ, ਵਿਆਖਿਆ ਦੁਆਰਾ, ਕਥਾ ਦੁਆਰਾ ਉਹਨਾਂ ਨੂੰ ਜ਼ਿਕਰ ਹੋਵੇ। ਦੂਸਰਾ ਕਿ ਨਵੇਂ ਰੁੱਖ ਲਗਾਏ ਜਾਣ, ਜਿਸ ਦੇ ਨਾਲ ਕਿ ਗੁਰਦੁਆਰਿਆਂ ਦੇ ਐਟਲੀਸਟ ਆਸ-ਪਾਸ ਹਰਿਆਵਲ, ਚਾਰ ਚਫੇਰੇ ਹੋਵੇ, ਘਰਾਂ ਦੇ ਵੀ ਹੋਵੇ, ਪਰ ਇਸ ਵੇਲੇ ਗੱਲ ਅਸੀਂ ਚੂੰਕਿ ਇਕੋਸਿੱਖ ਦੀ ਕਰ ਰਹੇ ਹਾਂ, ਇਸ ਕਰਕੇ ਉਹਨਾਂ ਨੇ ਗੁਰਦੁਆਰਿਆਂ ਵੱਲ ਫੋਕਸ ਕੀਤਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਤੁਸੀਂ ਸੰਗਤ ਲਈ ਜ਼ਹਿਰ ਮੁਕਤ ਭੋਜਨ ਬਣਾਓ ਤੇ ਲੰਗਰ ਵਿੱਚ ਛਕਾਓ, ਜਿਸ ਤਰ੍ਹਾਂ ਮੈਂ ਗੱਲ ਕਰ ਦਿੱਤੀ ਸੀ। ਚੌਥੀ ਉਹਨਾਂ ਨੇ ਇਹ ਰਿਕਮੈਂਡੇਸ਼ਨ ਹੈ ਕਿ ਤੁਸੀਂ ਕਾਗਜ਼ ਹੈ ਜਾਂ ਕੋਈ ਹੋਰ ਪਲਾਸਟਿਕ ਹੈ, ਇਸ ਦੀ ਜਿਹੜੀ ਰੀਸਾਈਕਲਿੰਗ ਕਿਸੇ ਤਰੀਕੇ ਨਾਲ ਕਰਕੇ ਤੇ ਉਸ ਤੋਂ ਐਨਵਾਇਰਨਮੈਂਟ ਨੂੰ ਬਚਾਓ, particularly in the ਗੁਰਦੁਆਰਾਸ ਐਂਡ ਹੋਮਸ, ਸਿੱਖ ਹੋਮਸ। ਫਿਰ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਨੂੰ ਐਨਰਜੀ ਐਫੀਸ਼ੀਐਂਟ ਕਰੋ, ਬਜਾਏ ਇਸ ਦੇ ਕਿ ਤੁਸੀਂ ਨਾਰਮਲ ਇਲੈਕਟ੍ਰਿਸਿਟੀ ਜਾਂ ਆਇਲ ਬੇਸਡ ਫਰਨੈਸ ਲਗਾਓ। ਸੋ ਤੁਸੀਂ ਇਹ ਕਰੋ ਕਿ ਸੋਲਰ ਪੈਨਲਸ ਔਰ LED ਯੂਜ਼ ਕਰੋ, ਤਾਂ ਕਿ ਐਟਲੀਸਟ ਗੁਰਦੁਆਰਿਆਂ ਤੋਂ ਲੋਕਾਂ ਨੂੰ ਉਤਸ਼ਾਹ ਮਿਲੇ ਕਿ ਅਸੀਂ ਇੱਧਰ ਤੁਰਨਾ ਹੈ। ਇਸ ਤੋਂ ਬਾਅਦ 6ਵੀਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੰਗਤ ਨਾਲ ਕੁਦਰਤ ਵਿੱਚ ਸੈਰ ਕਰਨ ਜਾਂ ਸਾਈਕਲ ਰੈਲੀ ਕਰਵਾਓ,
ਤਾਂ ਕਿ ਲੋਕਾਂ ਦਾ, ਬੱਚਿਆਂ ਦਾ ਪਾਰਟਿਕੂਲਰਲੀ ਇਸ ਪਾਸੇ ਧਿਆਨ ਹੋਵੇ। ਔਰ ਕਾਰਾਂ ਦੀ ਵਰਤੋਂ ਜਿੱਥੇ ਹੋ ਸਕੇ, ਜਿੱਥੇ ਮੁਮਕਿਨ ਹੋਵੇ ਉੱਥੇ ਉਹਨੂੰ ਘਟਾਇਆ ਜਾਵੇ। ਸਭ ਜਗ੍ਹਾ ਤੇ ਨਹੀਂ ਘਟਾਈ ਜਾ ਸਕਦੀ, ਪਰ ਜਿੱਥੇ ਪੋਸੀਬਲ ਹੋਵੇ। ਔਰ ਲਾਸਟਲੀ ਉਹਨਾਂ ਨੇ ਕਿਹਾ ਕਿ ਜਿਹੜਾ ਤਾਪਮਾਨ ਧਰਤੀ ਦਾ ਵੱਧ ਰਿਹਾ ਹੈ ਉਹਦੀ ਸੰਭਾਲ ਲਈ ਸੈਮੀਨਾਰਸ ਗੁਰਦੁਆਰਿਆਂ ਵਿੱਚ ਵੀ ਹੋਣੇ ਚਾਹੀਦੇ ਨੇ, ਤਾਂ ਕਿ ਸਿੱਖ ਜਗਤ ਦੇ ਵਿੱਚ ਇਸ ਗੱਲ ਦੀ ਸੋਝੀ ਪੈਦਾ ਹੋਵੇ। ਇਹਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਰੀਸੈਂਟ ਹੁਣ ਦੱਸਣਾ ਚਾਹੁੰਦਾ ਕਿ ਲੁਧਿਆਣੇ ਦੇ ਵਿੱਚ ਪਾਇਲ ਇੱਕ ਜਗ੍ਹਾ ਹੈ ਜਿੱਥੇ ਇੱਕ ਗੁਰਦੁਆਰਾ ਇਸ ਵੇਲੇ ਵੀ ਹੈ, ਜਿਹੜਾ ਲਗਭਗ ਉਸੇ ਤਰ੍ਹਾਂ ਦਾ ਵਾਤਾਵਰਣ ਹੈ ਜਿਸ ਤਰ੍ਹਾਂ ਦਾ ਵਾਤਾਵਰਣ ਗੁਰੂ ਸਾਹਿਬ ਦੇ ਸਮੇਂ 'ਚ ਕੀਰਤਪੁਰ ਸਾਹਿਬ ਦੇ ਇਲਾਕੇ 'ਚ ਆਗੇ ਸੀ। ਉੱਥੇ ਖੁੱਲੇ ਜੰਗਲ ਹਨ ਔਰ ਬਾਗ ਨੇ, ਖੁੱਲੇ ਜੰਗਲ ਨੇ। ਉਹਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਢੱਕੀ ਸਾਹਿਬ। ਉੱਥੇ ਪਹਿਲੇ ਢੱਕ ਪਲਾਸ ਦੇ ਜੰਗਲੀ ਦਰਖਤ ਹੁੰਦੇ ਸਨ ਤੇ ਹੁਣ ਉਹ ਕੁਝ ਘਟ ਗਏ ਨੇ। ਉਹਨਾਂ ਨੇ ਹੋਰ ਫੁੱਲਾਂ ਦੇ ਔਰ ਫਲਾਂ ਦੇ ਦਰਖਤ ਵੀ ਲਗਾਏ ਨੇ। ਤਾਂ ਉੱਥੇ ਮੈਂ ਦੇਖਿਆ ਇਹ ਜਾਂਦਾ ਹੈ ਕਿ ਬਹੁਤ ਸਾਰੇ ਕਈ ਕਿਸਮ ਦੇ ਪੰਛੀ ਤੇ ਦੂਸਰੇ ਜਾਨਵਰ ਜਿਹੜੇ ਨੇ ਸੰਗਤਾਂ ਦੇ ਕੋਲ ਖੁੱਲੇ ਜੰਗਲਾਂ ਔਰ ਬਾਗਾਂ 'ਚ ਘੁੰਮਦੇ ਨਜ਼ਰ ਆਉਂਦੇ ਨੇ। ਸੋ ਇੱਕ ਜਿਹੜੀ ਸੰਗਤ ਉੱਥੇ ਹੈ, ਉਹ ਅਗਰ ਉਹਨਾਂ ਨੂੰ ਕੋਈ ਚੀਜ਼ ਪੰਛੀਆਂ ਨੂੰ ਖਾਣ ਨੂੰ ਹੱਥ ਦੇ ਉੱਤੇ ਵੀ ਅਗਰ ਰੱਖ ਕੇ ਦੇਣ ਤਾਂ ਪੰਛੀ ਉਹਨਾਂ ਦੇ ਕੋਲ ਆਉਣ ਤੋਂ ਘਬਰਾਉਂਦੇ ਨਹੀਂ, ਸਗੋਂ ਉਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਉਹਨਾਂ ਦੇ ਨਾਲ ਪਿਆਰ ਕਰਦੇ ਨੇ। ਔਰ ਇਹ ਦੱਸਿਆ ਜਾਂਦਾ ਕਿ ਜਿਸ ਵਕਤ ਉੱਥੇ ਗੁਰਬਾਣੀ ਦਾ ਪਾਠ ਕੀਰਤਨ ਹੁੰਦਾ ਤੇ ਆਮ ਤੌਰ ਉੱਤੇ ਪੰਛੀ ਉਸ ਏਰੀਏ ਦੇ ਵਿੱਚ ਸਾਰੇ ਇਕੱਠੇ ਹੋ ਜਾਂਦੇ ਨੇ, ਜਿਹੜੀ ਕਿ ਇੱਕ ਦੇਖਣ ਵਾਲੀ ਚੀਜ਼ ਹੈ। ਉਸ ਨੂੰ ਜੇ ਕਦੀ ਤੁਹਾਨੂੰ ਮੌਕਾ ਮਿਲੇ ਤਾਂ ਜ਼ਰੂਰ ਦੇਖੋ। ਇਹ ਇੱਕ ਹੋਰ ਕਿਸੇ ਸੱਜਣ ਦੇ ਹੱਥਾਂ ਦੀ ਤਸਵੀਰ ਹੈ ਉੱਪਰ, ਜੇ ਦੋ ਚਿੜੀਆਂ, ਉਹਨੇ ਹੱਥ ਵਿੱਚ ਕੁਝ ਛੋਟਾ ਮੋਟਾ ਕੋਈ ਦਾਣੇ, ਕੋਈ ਚੋਗਾ ਰੱਖਿਆ, ਉਹ ਪੰਛੀ ਉਹਦੇ ਹੱਥ ਤੇ ਬੈਠ ਕੇ ਉਹ ਖਾ ਰਹੇ ਨੇ। ਸੋ ਇਹ ਇੱਕ ਚੀਜ਼ ਹੈ ਜਿਹੜੀ ਕਿ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ, ਗੁਰੂ ਹਰਿਰਾਏ ਸਾਹਿਬ ਨੇ, ਔਰ ਕਿਤੇ ਕਿਤੇ ਇਹਦੇ ਐਗਜ਼ਾਮਪਲ ਮਿਲਦੇ ਨੇ। ਇਹ ਥੱਲੇ ਤੁਸੀਂ ਦੇਖੋ ਕਿ ਜਿਹੜੇ ਬਰਡਸ ਨੇ ਉਹ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਨੇ। ਠੀਕ ਹੈ, ਪੰਛੀਆਂ ਨੂੰ ਆਪਣੇ ਖਾਣ ਪੀਣ ਦੀ ਚੀਜ਼ ਦਾ ਲਾਲਚ ਹੁੰਦਾ ਹੈ, ਪਰ ਉਹਨਾਂ ਨੂੰ ਉਹ ਪ੍ਰੋਪਰ ਐਨਵਾਇਰਨਮੈਂਟ ਮਿਲਣਾ ਚਾਹੀਦਾ। ਇਸ ਦੇ ਵਿੱਚ ਕੋਈ ਕੰਧਾਂ ਨਹੀਂ ਹੈ, ਕੋਈ ਪਿੰਜਰੇ ਨਹੀਂ ਹੈ, ਕੋਈ ਜਾਲੀਆਂ ਨਹੀਂ ਹੈ, ਕੋਈ ਹੋਰ ਇਹੋ ਜਿਹਾ ਰੁਕਾਵਟ ਨਹੀਂ। ਉਹ ਖੁੱਲੇ ਫਿਰਦੇ ਨੇ ਔਰ ਕੋਈ ਕਿਸੇ ਨੂੰ ਕੋਈ ਰੁਕਾਵਟ ਉੱਥੇ ਨਜ਼ਰ ਨਹੀਂ ਆਉਂਦੀ। ਇਹ ਇੱਕ ਵਾਤਾਵਰਣ ਹੈ ਜਿਸ ਦੀ ਸ਼ੁਰੂਆਤ ਮੈਂ ਦੱਸਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਟਾਈਮ ਤੋਂ ਸ਼ੁਰੂ ਹੋਈ। ਇਸ ਕਿਸਮ ਦੀ ਹੋਰ ਵੀ ਕੁਝ ਲੋਕੀ ਕੋਸ਼ਿਸ਼ ਕਰ ਰਹੇ ਨੇ। ਇੱਕ ਮੈਂ ਤੁਹਾਡੇ ਨੌਲੇਜ 'ਚ ਇਹ ਲਿਆਉਣਾ ਚਾਹੁੰਦਾ ਕਿ ਪੰਜਾਬ ਵਿੱਚ ਇੱਕ IAS ਅਫਸਰ ਨੇ, ਸਰਦਾਰ DS ਜਸਪਾਲ ਸਾਹਿਬ, ਔਰ ਇੱਕ ਦਫਾ ਮੈਨੂੰ ਕਿਸੇ ਆਫੀਸ਼ੀਅਲ ਮੀਟਿੰਗ ਦੇ ਸੰਬੰਧ 'ਚ ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਸੀ ਚੰਡੀਗੜ੍ਹ। ਤਾਂ ਉੱਥੇ ਉਹਨਾਂ ਤੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਜਿਸ ਦਾ ਟਾਈਟਲ ਹੈ ਟ੍ਰਾਈਸਟ ਵਿਦ ਟਰੀਜ਼, ਪੰਜਾਬਸ ਸੇਕ੍ਰੇਡ ਟਰੀਜ਼, ਪੰਜਾਬ ਦੇ ਪਵਿੱਤਰ ਰੁੱਖਾਂ ਬਾਰੇ। ਔਰ ਉਸ ਵਿੱਚ ਉਹਨਾਂ ਨੇ, ਉਹ ਚੂੰਕਿ ਖੁਦ ਉਹਨਾਂ ਨੇ IAS ਆਉਣ ਤੋਂ ਪਹਿਲੇ ਚੂੰਕਿ ਬੋਟਨੀ ਦੀ MSc ਵਗੈਰਾ ਕੀਤੀ ਸੀ, ਬੋਟਨਿਸਟ ਨੇ, ਤੇ ਉਹਨਾਂ ਨੂੰ ਸ਼ੌਕ ਵੀ ਹੈ। ਉਹਨਾਂ ਨੇ ਗੁਰਬਾਣੀ ਵਿੱਚੋਂ 58 ਡਿਫਰੈਂਟ ਟਾਈਪ ਆਫ ਟਰੀਜ਼ ਦੀ ਖੋਜ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਦਰਖਤਾਂ ਦੀ ਜਾਂ ਰੁੱਖਾਂ ਦੀ ਗੱਲ ਆਉਂਦੀ ਹੈ ਉਹ ਕਿੰਨੇ ਕੁ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਅੰਬ ਦਾ ਦਰਖਤ ਹੈ ਜਾਂ ਟਾਹਲੀ ਹੈ ਜਾਂ ਦੂਸਰੇ ਨੇ ਨਿੰਮ ਹੈ, ਹਾਂਜੀ, ਧਰੇਕਾਂ ਦੀ ਗੱਲ ਆਉਂਦੀ ਹੈ, ਹੋਰ ਸਿੰਬਲ ਰੁੱਖ ਸਰਾਇਰਾ ਸਿੰਬਲ ਦਾ ਦਰਖਤ ਆਉਂਦਾ। ਇਹਦਾ ਉਹਨਾਂ ਨੇ ਸਾਰੇ ਲਿਸਟ ਬਣਾਈ ਤਾਂ ਉਹ 58 ਉਹਨਾਂ ਨੇ ਕਿਹਾ ਕਿ ਗੁਰਬਾਣੀ 'ਚ ਇਹਨਾਂ ਦਾ ਜ਼ਿਕਰ ਆਉਂਦਾ ਹੈ। ਤੇ ਉਹਨਾਂ ਦੇਖਿਆ ਕਿ ਅਸਲ ਦੇ ਵਿੱਚ ਬਹੁਤ ਸਾਰੇ ਦਰਖਤ ਜਿਹੜੇ ਨੇ ਉਹ ਲੋਕਾਂ ਦੀ ਨਾਸਮਝੀ ਕਰਕੇ ਔਰ ਕੁਝ ਵਾਤਾਵਰਣ ਦੀ ਖਰਾਬੀ ਕਰਕੇ ਬਹੁਤ ਸਾਰੇ ਜਿਹੜੇ ਰੁੱਖ ਜਿਨ੍ਹਾਂ ਦਾ ਜ਼ਿਕਰ ਹੈ ਉਹ ਡਿਸਟਰੋਏ ਹੋ ਗਏ ਨੇ ਜਾਂ ਅਲੋਪ ਹੁੰਦੇ ਜਾ ਰਹੇ ਨੇ ਜਾਂ ਹੋ ਜਾਣਗੇ। ਸੋ ਉਹਨਾਂ ਨੇ
ਇੱਕ ਬੋਟੈਨੀਕਲ ਸੁਸਾਇਟੀ ਆਫ ਇੰਡੀਆ ਦੇ ਨਾਲ ਗੱਲ ਕੀਤੀ, ਔਰ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਇੱਕ ਨੇਚਰ ਐਂਡ ਹੈਲਥ ਸੁਸਾਇਟੀ ਹੈ, ਉਹਨਾਂ ਨਾਲ ਗੱਲ ਕੀਤੀ, ਔਰ ਉਹਨਾਂ ਦੇ ਸਹਿਯੋਗ ਨਾਲ ਇਹਨਾਂ ਨੇ, ਜਸਪਾਲ ਜੀ ਨੇ ਇੰਡੀਆ ਦਾ ਪਹਿਲਾ ਇੱਕ ਟਰੀ ਮਿਊਜ਼ੀਅਮ ਬਣਾਇਆ, ਜਿੱਥੇ ਕਿ ਜਿਹੜੇ ਸੇਕਰੇਡ ਟਰੀਜ਼ ਨੇ ਗੁਰਬਾਣੀ 'ਚ ਜਿਨ੍ਹਾਂ ਦਾ ਜ਼ਿਕਰ ਹੈ, ਉਹਨਾਂ ਨੂੰ ਪ੍ਰੀਜ਼ਰਵ ਕਰਨ ਦੀ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ, ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਵਰਲਡ ਦਾ ਪਹਿਲਾ ਟਰੀ ਮਿਊਜ਼ੀਅਮ ਹੈ। ਇਸ ਤੋਂ ਬਾਅਦ ਬੋਸਟਨ ਦੇ ਵਿੱਚ, ਅਮਰੀਕਾ ਦੇ ਵਿੱਚ ਇੱਕ ਇਸ ਕਿਸਮ ਦੀ ਐਫਰਟ ਸ਼ੁਰੂ ਹੋਈ ਸੀ, ਔਰ ਉਹਦੇ ਪਿੱਛੇ ਵੀ ਇੱਕ ਸਿੱਖ ਦਾ ਹੀ ਹੱਥ ਸੀਗਾ। ਤੇ ਤੁਸੀਂ ਬੋਸਟਨ ਟੀ ਪਾਰਟੀ ਤਾਂ ਸੁਣੀ ਹੋਏਗੀ, ਹਿਸਟੋਰਿਕ ਹੈ। ਉਹਨਾਂ ਨੇ ਉਹਦਾ ਨਾਮ ਰੱਖਿਆ ਬੋਸਟਨ ਟਰੀ ਪਾਰਟੀ, ਜਿਸ ਵਿੱਚ ਕਿ ਟੀ ਦੀ ਜਗ੍ਹਾ ਉਹਨੇ ਟਰੀ, ਦਰਖਤ ਜਾਂ ਰੁੱਖਾਂ ਦਾ ਸਬਸਟੀਟਿਊਟ ਕਰ ਦਿੱਤਾ। ਉਹ ਵੀ ਇਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੋਸਟਨ ਦੇ ਵਿੱਚ। ਸੋ ਇਹ ਪਹਿਲੇ ਸਨ ਜਿਨ੍ਹਾਂ ਨੇ ਕਿ ਇਹਨਾਂ ਨੈਸ਼ਨਲ ਸੁਸਾਇਟੀਜ਼ ਦੀ ਮਦਦ ਦੇ ਨਾਲ ਇੰਡੀਆ ਦੇ ਵਿੱਚ ਇੱਕ ਟਰੀ ਮਿਊਜ਼ੀਅਮ ਸ਼ੁਰੂ ਕੀਤਾ ਹੈ, ਜਿਹੜਾ ਮੈਂ ਸੋਚਿਆ ਆਪ ਜੀ ਨਾਲ ਮੈਂ ਸ਼ੇਅਰ ਕਰਾਂਗਾ ਉਸ ਦੀ ਗੱਲਬਾਤ। ਇਹ ਜਿਹੜਾ ਮਿਊਜ਼ੀਅਮ ਆਫ ਟਰੀਜ਼ ਹੈ, ਇਹ ਜਦੋਂ ਤੁਸੀਂ ਚੰਡੀਗੜ੍ਹ ਤੋਂ ਪੰਚਕੂਲਾ ਸਾਈਡ ਨੂੰ ਜਾਓ ਤਾਂ ਉਸ ਸੜਕ ਦੇ ਉੱਤੇ ਇੰਡਸਟਰੀਅਲ ਏਰੀਆ ਹੈ, ਉਹਦੇ ਸਾਹਮਣੇ ਇੱਕ ਟਰੀ ਖੁੱਲੀ ਜਗ੍ਹਾ ਹੈ, ਉੱਥੇ ਇੱਕ ਟਰੀ ਮਿਊਜ਼ੀਅਮ ਇਹਨਾਂ ਜਸਪਾਲ ਜੀ ਨੇ ਬਣਾਇਆ, ਔਰ ਉਹਦਾ ਨਾਂ ਤੇ ਮਿਊਜ਼ੀਅਮ ਆਫ ਟਰੀਜ਼ ਹੈ ਹੀ, ਤੇ ਨਾਲ ਥੱਲੇ ਉਸ ਦੇ ਬੋਰਡ ਤੇ ਇਹਦਾ ਲਿਖਿਆ ਹੈਰੀਟੇਜ ਗਾਰਡਨ ਚੰਡੀਗੜ੍ਹ ਤੇ ਕੰਜ਼ਰਵੇਸ਼ਨ ਪ੍ਰੋਜੈਕਟ ਟੂ ਸੇਵ ਸਰਵਾਈਵਿੰਗ ਸੇਕਰਡ ਟਰੀਜ਼ ਆਫ ਸਿੱਖਿਜ਼ਮ। ਸਿੱਖ ਧਰਮ ਦੇ ਜਿਹੜੇ ਪਵਿੱਤਰ ਮੰਨੇ ਜਾਣ ਵਾਲੇ ਜਾਂ ਜਿਨ੍ਹਾਂ ਦਾ ਜ਼ਿਕਰ ਹੋਇਆ, ਉਹਨਾਂ ਰੁੱਖਾਂ ਨੂੰ ਕੰਜ਼ਰਵ ਕਰਨ ਦਾ, ਉਹਨਾਂ ਨੂੰ ਬਚਾਉਣ ਦਾ ਇੱਕ ਐਫਰਟ। ਸੋ ਉਹਦੇ ਵਿੱਚ ਕਰਦੇ ਹੋਏ ਨੇ ਕਿ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਟਰੀਜ਼ ਜਿਹੜੇ ਨੇ ਅਲੋਪ ਹੋ ਰਹੇ ਨੇ ਜਾਂ ਐਕਸਟਿੰਕਟ ਹੋ ਰਹੇ ਨੇ, ਔਰ ਜੇ ਇਹਨਾਂ ਦੀ ਸੰਭਾਲ ਨਾ ਕੀਤੀ ਤੇ ਸ਼ਾਇਦ ਇਹ ਖਤਮ ਹੀ ਹੋ ਜਾਣਗੇ। ਉਹਨਾਂ ਦਾ ਜਰਮ ਪਲਾਜ਼ਮ ਜਿਹੜਾ ਹੈ, ਜਿਸ ਦੇ ਵਿੱਚ ਉਹਦਾ DNA ਹੁੰਦਾ, ਉਸ ਨੂੰ ਉਹ ਐਕਚੁਅਲ ਜਿਹੜਾ ਜਰਮ ਪਲਾਜ਼ਮ ਹੈ ਉਸ ਨੂੰ ਇਕੱਠਾ ਕਰਕੇ ਲਿਵਿੰਗ ਟਿਸ਼ੂਜ਼ ਤੋਂ ਜਾਂ ਸੀਡਸ ਤੋਂ ਲੈ ਸਕਦੇ ਹੋ, ਸਟੈਮ ਤੋਂ ਲੈ ਸਕਦੇ ਹੋ, ਉਹਦੇ ਪੋਲਨ ਤੋਂ, ਸੈਲਸ ਤੋਂ, ਲੀਵ ਕਿਸੇ ਵੀ ਹਿੱਸੇ ਚੋਂ ਲੈ ਕੇ, ਤੇ ਉਹਦੀ ਜੈਨੇਟਿਕ ਕਲੋਨਿੰਗ ਕਹਿੰਦੇ ਨੇ ਉਸ ਨੂੰ। ਕੋਸ਼ਿਸ਼ ਹੁੰਦੀ ਕਿ ਉਹਦਾ DNA ਪ੍ਰੀਜ਼ਰਵ ਹੋ ਜਾਏ, ਤੇ ਉਸ ਨੂੰ ਉਹਦੀ ਗ੍ਰਾਫਟਿੰਗ ਵਗੈਰਾ ਕਰਕੇ ਤੇ ਉਸ ਨੂੰ ਇੱਕ ਮਿਸਟ ਚੈਂਬਰ ਹੁੰਦਾ ਹੈ, ਜਿਸ ਕਿ 30-40 ਦਿਨ, ਉਸ ਨੂੰ 45 ਦਿਨ ਉਹਦੇ ਵਿੱਚ ਰੱਖਿਆ ਜਾਂਦਾ। ਉਹਦੇ ਵਿੱਚ ਟੈਂਪਰੇਚਰ ਔਰ ਪ੍ਰੈਸ਼ਰ ਔਰ ਸਨਲਾਈਟ, ਇਹ ਸਾਰੀਆਂ ਚੀਜ਼ਾਂ ਨੂੰ, ਮੋਇਸਚਰ ਨੂੰ ਕੰਟਰੋਲ ਕੀਤਾ ਜਾਂਦਾ, ਔਰ ਕੰਟਰੋਲਡ ਐਨਵਾਇਰਨਮੈਂਟ ਵਿੱਚ ਉਹ ਜਰਮ ਪਲਾਜ਼ਮ ਨੂੰ ਗਰੋ ਕਰਕੇ ਤੇ ਉਸ ਟਰੀ ਦੀ ਰੂਟਿੰਗ ਹੈ, ਉਹਦੀਆਂ ਜੜ੍ਹਾਂ ਕੋਸ਼ਿਸ਼ ਕਰਦੇ ਨੇ ਕੱਢ ਲਈਏ। ਜਿਸ ਵਕਤ ਜੜ੍ਹਾਂ ਨਿਕਲ ਆਉਂਦੀਆਂ ਨੇ, ਫਿਰ ਉਸ ਨੂੰ ਇੱਕ ਖੁੱਲੀ ਹਵਾ ਦੇ ਵਿੱਚ ਉਸ ਯਾਨੀ ਮਿਸ ਚੈਂਬਰ ਚੋਂ ਬਾਹਰ ਕੱਢ ਕੇ, ਤੇ ਇੱਕ ਨੈਟ ਹਾਊਸ ਹੁੰਦਾ ਜਿਸ ਵਿੱਚ ਉੱਪਰ ਨੈਟ ਲੱਗੀ ਹੁੰਦੀ ਹੈ, ਤੇ ਉਸ ਨੂੰ ਖੁੱਲੀ ਵਾਤਾਵਰਣ ਦੇ ਵਿੱਚ ਉਹਨਾਂ ਨੂੰ ਕਲੋਨਸ ਨੂੰ, ਰੂਟਡ ਕਲੋਨਸ ਨੂੰ, ਉਹਨਾਂ ਨੂੰ ਧਰਤੀ ਵਿੱਚ, ਪਹਿਲੇ ਗਮਲਿਆਂ ਵਿੱਚ ਫਿਰ ਧਰਤੀ ਵਿੱਚ ਰੱਖਿਆ ਜਾਂਦਾ। ਸੋ ਇਸ ਤਰ੍ਹਾਂ ਉਹਨਾਂ ਦੇ ਜੈਨੇਟਿਕਲੀ ਟਰੂ ਰੈਪਲੀਕਾ, ਉਹਨਾਂ ਦੀ ਇੱਕ ਨਕਲ ਜਿਹੜੀ ਹੈ ਉਹ ਹੋਰ ਬਣਾਈ ਜਾ ਰਹੀ ਹੈ, ਤਾਂ ਕਿ ਉਹ ਦਰਖਤ ਜਿਹੜੇ ਨੇ ਜਿਨ੍ਹਾਂ ਨੂੰ ਵਾਤਾਵਰਣ ਦੀ ਖਰਾਬੀ ਕਰਕੇ ਜਾਂ ਸਾਡੇ ਅਗਿਆਨਤਾ ਕਰਕੇ ਜਿਨ੍ਹਾਂ ਦਾ ਖਤਮ ਹੋ ਜਾਣ ਦਾ ਡਰ ਹੈ, ਉਹਨਾਂ ਰੁੱਖਾਂ ਨੂੰ ਪ੍ਰੀਜ਼ਰਵ ਕੀਤਾ ਜਾ ਸਕੇ, ਜਿਨ੍ਹਾਂ ਦੀ ਗੱਲ ਗੁਰੂ ਸਾਹਿਬਾਨ ਨੇ ਬਾਣੀ 'ਚ ਕੀਤੀ ਹੈ। ਇਹਦਾ ਮੈਂ ਜ਼ਿਕਰ ਪਹਿਲੇ ਕੀਤਾ ਸੀ ਕਿ ਇੰਟਰਨੈਸ਼ਨਲ ਡੇ ਆਫ ਫੋਰੈਸਟ ਜਿਹੜਾ ਹੈ ਇਹ ਮਨਾਇਆ ਜਾਂਦਾ। ਸੋ ਇਹ ਵੀ ਇਨਫੈਕਟ 14 ਤੋਂ 21 ਤੱਕ ਇੱਕ ਹਫਤਾ ਹੀ ਮਨਾਇਆ ਜਾਂਦਾ। ਸੋ ਇੱਕ ਦਿਨ ਨੂੰ ਨਹੀਂ, ਜਿਸ ਵਿੱਚ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਫਲੋਰਾ ਐਂਡ ਫੌਨਾ, ਸਾਰੇ ਵੀ ਜਿੰਨੇ ਵੀ ਜੀਵ ਜੰਤੂ ਨੇ, ਉਹਨਾਂ ਦੀ ਪ੍ਰੈਜ਼ਰਵੇਸ਼ਨ ਦੀ ਐਫਰਟਸ ਕੀਤੇ ਜਾਂਦੇ ਹਨ। ਈਕੋ ਸਿੱਖ ਨੇ ਕੀ ਕੁਛ ਕੀਤਾ, ਇਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹ ਗੁਰੂ ਨਾਨਕ ਸੇਕਰੇਡ ਫੋਰੈਸਟ ਲਗਾ ਰਹੇ ਨੇ।
ਜਿੱਥੇ ਕਿਤੇ ਕਿਸੇ ਪਿੰਡ ਸ਼ਹਿਰ ਦੇ ਬਾਹਰ ਕੋਈ ਉਹਨਾਂ ਨੂੰ ਖਾਲੀ ਜਗ੍ਹਾ, ਕੋਈ ਸ਼ਾਮਲਾਟ ਜਾਂ ਕੋਈ ਹੋਰ ਮਿਲਦੀ ਹੈ, ਉਹ ਉੱਥੇ ਦੇ ਲੋਕਾਂ ਨਾਲ ਗੱਲਬਾਤ ਕਰਕੇ, ਸਕੂਲਾਂ ਕਾਲਜਾਂ ਵਿੱਚ ਵੀ, ਹੋਰ ਵੀ ਕਈ ਜਗ੍ਹਾ ਤੇ ਪਿੰਡਾਂ ਦੇ ਬਾਹਰ, ਉੱਥੇ ਇਸ ਕਿਸਮ ਦੇ ਸੇਕਰੇਟ ਟਰੀਜ਼ ਲਗਾ ਕੇ ਇੱਕ ਛੋਟੇ ਛੋਟੇ ਫੋਰੈਸਟ ਕ੍ਰੀਏਟ ਕਰ ਰਹੇ ਨੇ। ਔਰ ਇੰਡੀਆ ਦੇ ਵਿੱਚ ਇਸ ਵੇਲੇ ਤੱਕ 8 ਪ੍ਰੋਵਿੰਸਸ ਜਿਹੜੇ ਨੇ, ਉਹਨਾਂ ਵਿੱਚ 8 ਸੂਬਿਆਂ ਵਿੱਚ ਤਕਰੀਬਨ 350 ਗੁਰੂ ਨਾਨਕ ਪਵਿੱਤਰ ਜੰਗਲ ਉਹਨਾਂ ਨੇ ਲਗਾ ਚੁੱਕੇ ਨੇ ਪਿਛਲੇ 2 ਸਾਲਾਂ 'ਚ। 2019 ਤੋਂ ਹੁਣ ਤੱਕ 2 ਸਾਲ ਅਜੇ ਪੂਰੇ ਨਹੀਂ ਹੋਏ, ਪਰ ਉਹਨਾਂ ਨੇ ਤਕਰੀਬਨ 350 ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਨੇ। ਔਰ ਇਹਦੇ ਵਿੱਚ ਈਕੋ ਸਿੱਖ ਆਪਣੇ ਪੈਸਿਆਂ ਨਾਲ, ਆਪਣੇ ਐਕਸਪਰਟਸ ਨੂੰ ਭੇਜ ਕੇ, ਆਪਣੀ ਮਿਹਨਤ ਨਾਲ ਉਹ ਲਗਾ ਰਹੇ ਨੇ, ਕਿਸੇ ਕੋਲੋਂ ਕੁਝ ਲੈ ਨਹੀਂ ਰਹੇ। ਔਰ ਕਿਉਂਕਿ ਲੋਕੀ ਜਿਹੜੇ ਉਹਨਾਂ ਏਰੀਆ ਦੇ ਹੁੰਦੇ ਨੇ, ਉਹ ਜਿਸ ਵਕਤ ਉਹਨਾਂ ਕੋਲੋਂ ਕੋਈ ਪੈਸੇ ਮੰਗੋ ਤੇ ਉਹ ਫਿਰ ਕੰਨੀ ਕਤਰਾ ਜਾਂਦੇ ਨੇ। ਸੋ ਇਹਨਾਂ ਨੇ ਸਭ ਕੁਝ ਆਪਣੇ ਵੱਲੋਂ ਕਰ ਰਹੇ ਨੇ। ਔਰ ਇਹਦੇ 'ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੁਝ ਸਾਇੰਟਿਸਟ ਨੇ ਜਿਹੜੇ ਕਿ ਖੁਦ ਉੱਥੇ ਜਾ ਕੇ ਇਹਨਾਂ ਜੰਗਲਾਂ ਨੂੰ ਲਗਾਉਣ ਦੀ ਉਹਨਾਂ ਨੂੰ ਗਾਈਡ ਕਰ ਰਹੇ ਨੇ। ਇੱਥੇ ਇੱਕ ਦੱਸਣ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਇੰਡੀਆ 'ਚ ਨਹੀਂ ਹੈ, ਬਲਕਿ ਅਮਰੀਕਾ, ਨਾਰਥ ਅਮਰੀਕਾ ਵਿੱਚ, ਯੂਰਪ 'ਚ, ਹੋਰ ਕਈ ਮੁਲਕਾਂ 'ਚ ਵੀ ਇਹ ਆਪਣੀਆਂ ਬ੍ਰਾਂਚਸ ਖੋਲ੍ਹੀਆਂ ਹੋਈਆਂ ਨੇ ਇਹਨਾਂ ਨੇ, ਜਿੱਥੇ ਹੌਲੀ ਹੌਲੀ ਕਰਕੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇੱਥੇ ਦੀ ਗਵਰਨਮੈਂਟਸ ਨਾਲ, ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ, ਲੋਕਾਂ ਨਾਲ, ਸਿੱਖਾਂ ਨਾਲ ਮਿਲ ਕੇ ਇਸ ਕਿਸਮ ਦੇ ਗੁਰੂ ਨਾਨਕ ਸੇਕਰੇਟ ਜੰਗਲ ਲਗਾਉਣ, ਤੇ ਜਿਹਦੇ ਨਾਲ ਕਿ ਰੀਫੋਰੈਸਟੇਸ਼ਨ ਹੋਵੇ। ਜਿਹੜੇ ਜੰਗਲ ਅੱਜ ਤੱਕ ਇਨਸਾਨ ਨੇ ਮੂਰਖਤਾ ਵਸ਼ ਜਾਂ ਲੋੜ ਵਸ਼ ਕੱਟੇ ਨੇ, ਉਹਨਾਂ ਦੀ ਕੁਛ ਤਾਂ ਥੋੜੀ ਬਹੁਤ ਰਿਪਲੇਸਮੈਂਟ ਹੋ ਸਕੇ। ਇਹਦੇ ਵਿੱਚ ਇੱਕ ਖਾਸ ਇੱਕ ਹੋਰ ਗੱਲ ਇਹ ਹੈ ਕਿ ਜਾਪਾਨ ਦੇ ਇੱਕ ਸਾਇੰਟਿਸਟ ਹੋਏ ਨੇ, ਅਕੀਰਾ ਮਿਆਵਾਕੀ। ਉਹਨੇ ਇੱਕ ਨਵੀਂ ਟੈਕਨੀਕ ਡਿਵੈਲਪ ਕੀਤੀ ਹੈ, ਜਿਸ ਨੂੰ ਕਿ ਲਗਭਗ 13 ਕੰਟਰੀਜ਼ ਦੇ ਵਿੱਚ ਉਸਨੇ ਖੁਦ ਵੀ ਟੈਸਟਿੰਗ ਕੀਤੀ ਹੈ ਉਹਨਾਂ ਦੀ ਸੋਇਲ ਦੇ ਵਿੱਚ ਕਿ ਇਹ ਲੱਗ ਸਕਦੇ ਨੇ ਕਿ ਨਹੀਂ। ਸੋ ਉਹਦੇ ਵਿੱਚ ਉਹਨੇ ਕੋਈ 100 ਡਿਫਰੈਂਟ ਟਾਈਪਸ ਆਫ ਪਲਾਂਟਸ ਦੇ ਉੱਤੇ ਐਕਸਪੈਰੀਮੈਂਟ ਕੀਤੇ ਨੇ, ਔਰ ਉੱਥੇ ਲੋਕਾਂ ਨੂੰ ਸਿਖਲਾਈ ਵੀ ਦਿੰਦੇ ਨੇ, ਨਾਲ ਉਹਨਾਂ ਨੂੰ ਕੁਦਰਤੀ ਖਾਦ ਵੀ ਕਹਿੰਦੇ ਨੇ ਵਰਤੋ, ਡੋਂਟ ਯੂਜ਼ ਐਨੀ ਕੈਮੀਕਲ ਬੇਸਡ ਫਰਟੀਲਾਈਜ਼ਰਸ। ਤੇ ਉਹਦੀ ਖਾਸੀਅਤ ਇਹ ਹੈ ਕਿ ਇਹ ਜੰਗਲ ਆਮ ਜੰਗਲਾਂ ਨਾਲੋਂ, ਜਿਹੜੇ ਕੁਦਰਤ ਵੱਲੋਂ ਹੁੰਦੇ ਨੇ ਨੈਚੁਰਲ ਫੋਰੈਸਟ, ਉਹਦੇ ਮੁਕਾਬਲੇ 'ਚ 30 ਗੁਣਾ ਜ਼ਿਆਦਾ ਸੰਘਣੇ ਲੱਗ ਸਕਦੇ ਨੇ, ਉਹ ਸਰਵਾਈਵ ਕਰ ਸਕਦੇ ਨੇ। ਔਰ ਥੋੜੀ ਜਗ੍ਹਾ 'ਚ ਵੀ ਇਹਦਾ ਮਤਲਬ ਹੈ ਕਿ ਤੁਸੀਂ ਜ਼ਿਆਦਾ ਹਰਿਆਵਲ ਕ੍ਰੀਏਟ ਕਰ ਸਕਦੇ ਹੋ, ਜਿਹਦੇ ਨਾਲ ਆਕਸੀਜਨ ਹੈ, ਜਿਹਦੇ ਨਾਲ ਫਰੂਟ ਹੈ, ਫਲਾਵਰਸ ਨੇ, ਬਰਡਸ ਨੇ, ਐਨੀਮਲਸ ਨੇ, ਇਹਨਾਂ ਨੂੰ ਸਭ ਨੂੰ ਸਰਵਾਈਵਲ ਮਿਲਦਾ, ਉਹਨਾਂ ਨੂੰ ਨੈਚੁਰਲ ਹੈਬੀਟੈਟ ਮਿਲਦਾ। ਔਰ ਇਹਨਾਂ ਦੀ ਗਰੋਥ ਰੇਟ ਵੀ ਜਿਹੜਾ ਹੈ, ਜਿਹੜੀ ਅਕੀਰਾ ਮਿਆਵਾਕੀ ਦਾ ਜਿਹੜਾ ਢੰਗ ਹੈ, ਉਸ ਦੇ ਨਾਲ ਉਹਨਾਂ ਦੀ ਗਰੋਥ ਰੇਟ ਵੀ ਜਿਹੜਾ ਹੈ ਉਹ ਆਮ ਜਿਹੜੇ ਜੰਗਲ ਨੇ ਉਹਨਾਂ ਨਾਲੋਂ 10 ਟਾਈਮਸ ਫਾਸਟਰ। ਸੋ ਇਹ ਇੱਕ ਚੀਜ਼ ਹੈ ਜਿਸ ਨੂੰ ਕਿ ਈਕੋ ਸਿੱਖ ਵਾਲਿਆਂ ਨੇ ਅਡਾਪਟ ਕੀਤਾ। ਇੱਕ ਨਵੀਂ ਕਨਸੈਪਟ ਜਿਹਦਾ ਮੈਂ ਸ਼ੁਰੂ ਜ਼ਿਕਰ ਕੀਤਾ ਸੀ, ਇਹ ਗੁਰੂ ਹਰਰਾਏ ਸਾਹਿਬ ਦੇ ਸਮੇਂ 'ਚ ਸ਼ੁਰੂ ਹੋਈ ਸੀ, ਉਹ ਹੈ ਫਰੂਟ ਫੋਰੈਸਟ, ਯਾਨੀ ਫਲਾਂ ਵਾਲੇ ਰੁੱਖਾਂ ਦੇ ਜੰਗਲ। ਠੀਕ ਹੈ, ਅਸੀਂ ਬਾਜ਼ਾਰੋਂ ਹਰ ਬੰਦਾ ਮਾਲਸ ਤੋਂ, ਮਾਰਕੀਟਸ ਤੋਂ ਖਰੀਦਦਾ ਹੈ ਫਰੂਟ, ਉਹ ਇੱਕ ਤਰੀਕਾ ਠੀਕ ਹੈ, ਪਰ ਦੁਨੀਆ 'ਚ ਹਰ ਇਨਸਾਨ ਇਹਨਾਂ ਖਾਸ ਤੌਰ 'ਤੇ ਜਿਹੜੇ ਗਰੀਬ ਮੁਲਕ ਨੇ ਉਹਨਾਂ 'ਚ ਹਰ ਇੱਕ ਬੰਦਾ ਖਰੀਦ ਕੇ ਨਹੀਂ ਖਾ ਸਕਦਾ। ਕਈ ਚੀਜ਼ਾਂ ਬੜੀਆਂ ਮਹਿੰਗੇ ਵੀ ਹੁੰਦੇ ਨੇ ਫਰੂਟ ਕਈ। ਸੋ ਇਹੋ ਜਿਹੇ ਲੋਕਾਂ ਵਾਸਤੇ ਗੁਰੂ ਸਾਹਿਬ ਨੇ ਉਦੋਂ ਹੀ ਸੋਚਿਆ ਸੀ ਕਿ ਆਮ ਲੋਕਾਂ ਲਈ ਫਰੂਟ ਫੋਰੈਸਟ ਹੋਣੇ ਚਾਹੀਦੇ ਨੇ। ਇਹ ਗੱਲ ਆਮ ਲੋਕਾਂ ਨੂੰ ਸ਼ਾਇਦ ਨਹੀਂ ਨੌਲੇਜ ਆਈ, ਪਰ ਕੁਝ ਬੁੱਕਸ ਵਿੱਚ ਮੈਂ ਇਹ ਦੇਖਿਆ ਕਿ ਉਹਨਾਂ ਨੇ, ਗੁਰੂ ਹਰਰਾਏ ਸਾਹਿਬ ਨੇ ਇਹਦੀ ਸ਼ੁਰੂਆਤ ਕੀਤੀ ਸੀ, ਤੇ ਉਹਨਾਂ ਨੇ ਜੰਗਲ ਔਰ ਬਾਗ ਇੱਦਾਂ ਦੇ ਲਵਾਏ ਸਨ। ਇਹਨਾਂ ਦੀ ਦੇਖਭਾਲ ਦੀ ਜਿਹੜੀ ਜ਼ਰੂਰਤ ਵੀ ਘੱਟ ਹੁੰਦੀ ਹੈ, ਕਿਉਂਕਿ ਇਹਨਾਂ ਨੂੰ ਥੋੜ੍ਹਾ ਜਿਹਾ ਪਾਣੀ ਜਿਹੜਾ ਕੁਦਰਤ ਵੱਲੋਂ ਮਿਲ ਜਾਂਦਾ ਧਰਤੀ ਦੇ ਹੇਠੋਂ, ਜਾਂ ਜਿਹੜੀ ਬਾਰਿਸ਼ ਹੋ ਜਾਂਦੀ ਹੈ ਉਹਨੇ ਨਾਲ ਹੀ ਇਹ ਤੁਰੇ ਰਹਿੰਦੇ ਨੇ, ਬਹੁਤੀ ਜ਼ਿਆਦਾ ਕੇਅਰ ਦੀ ਲੋੜ ਨਹੀਂ ਹੁੰਦੀ। ਇਹਨਾਂ ਵਿੱਚ ਤੁਸੀਂ ਦੇਖੋ ਕੁਝ ਦੇ ਮੈਂ ਐਗਜ਼ਾਮਪਲ ਲਿਖੇ ਨੇ, ਜਿੱਦਾਂ ਬੇਲ ਦਾ ਦਰਖਤ ਹੈ, ਜਾਮੁਨ ਹੈ, ਬੇਰ ਹੈ,
ਇਹ ਦੇਖੋ ਇਸ ਤਰ੍ਹਾਂ ਸ਼ਹਿਤੂਤ ਹੈ, ਨਿੰਮ ਹੈ, ਫਾਲਸਾ ਹੈ, ਇੱਕ ਹੋਰ ਹੁੰਦੇ ਨੇ ਉਹ ਉਹਨੂੰ ਜੰਗਲੀ ਜਲੇਬੀ ਕਹਿੰਦੇ ਨੇ। ਇਸੇ ਤਰ੍ਹਾਂ ਅੰਜੀਰ ਹੈ, ਫਿਗਸ, ਤੇ ਖਜੂਰ ਹੈ, ਈਵਨ ਜੰਗਲੀ ਅਨਾਰ ਵੀ ਉਹਨਾਂ ਨੂੰ ਜੰਗਲੀ ਅਨਾਰ ਕਹਿੰਦੇ ਨੇ, ਲੇਕਿਨ ਉਹ ਆਮ ਅਨਾਰਾਂ ਵਰਗੇ ਹੁੰਦੇ ਨੇ। ਤੇ ਕਈ ਲੋਕੀ ਤਾਂ ਇਹੋ ਜਿਹੇ ਵਹਿਮਾਂ 'ਚ ਪਏ ਹੁੰਦੇ ਨੇ ਕਿ ਜੀ ਘਰ ਵਿੱਚ ਅਨਾਰ ਦਾ ਬੂਟਾ ਨਹੀਂ ਲਗਾਉਣਾ ਕਿਉਂਕਿ ਉਹ ਉਜਾੜ ਮੰਗਦਾ ਹੈ। ਇਹ ਐਵੇਂ ਵਹਿਮ ਨੇ, ਸਿੱਖਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਸੋਚਣੀਆਂ ਜਾਂ ਮੰਨਣੀਆਂ ਚਾਹੀਦੀਆਂ। ਤੇ ਅਨਾਰ ਵੀ ਜੇ ਦੇਖਿਆ ਜਾਏ ਤੇ ਉਹਨੂੰ ਘਰਾਂ 'ਚ ਲਗਾਉਣਾ ਚਾਹੀਦਾ। ਜਿਹੜੇ ਨਹੀਂ ਇਹੋ ਜਿਹੀਆਂ ਗੱਲਾਂ 'ਚ ਪੈਂਦੇ ਉਹ ਲਗਾਉਂਦੇ ਨੇ, ਪਰ ਆਮ ਇਹਨੂੰ ਲੋਕੀ ਇਹੀ ਕਹਿੰਦੇ ਨੇ ਕਿ ਜੀ ਇਹ ਜੰਗਲੀ ਹੈ ਤੇ ਇਹ ਉਜਾੜ ਮੰਗਦਾ। ਸੋ ਇਹ ਵਹਿਮ ਨੇ। ਤੇ ਅੱਜ ਕੱਲ੍ਹ ਕਈ ਮੁਲਕਾਂ ਵਿੱਚ ਅਜਿਹੇ ਰੁੱਖਾਂ ਵਾਲੇ ਜੰਗਲ ਵੀ ਲਗਾਏ ਜਾ ਰਹੇ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਿਆ, ਉਹਦਾ ਇੱਥੇ ਸਾਡੇ ਨਜ਼ਦੀਕ ਮੈਂ ਪਤਾ ਕੀਤਾ, ਇੱਥੇ ਲੈਥਬ੍ਰਿਜ ਦੇ ਵਿੱਚ ਵੀ ਇਸ ਕਿਸਮ ਦਾ ਇੱਕ ਫਰੂਟ ਫੋਰੈਸਟ ਬਣਾਇਆ ਜਾ ਰਿਹਾ ਹੈ। ਇਟ ਇਜ਼ ਸਟਿਲ ਇਨ ਇਨਫੈਂਸੀ, ਅਜੇ ਬਣਾਇਆ ਜਾ ਰਿਹਾ। ਔਰ ਸ਼ਹਿਰਾਂ ਔਰ ਪਿੰਡਾਂ ਦੇ ਲਾਗੇ ਜਿਹੜੀਆਂ ਖਾਲੀ ਜਗ੍ਹਾ ਮਿਲਦੀਆਂ ਨੇ, ਉਹ 'ਚ ਨਾ ਸਿਰਫ ਇਹ ਹੈ ਕਿ ਉੱਥੇ ਕੋਈ ਵਾੜ ਨਹੀਂ ਲੱਗੀ, ਕੋਈ ਹੈਜ ਨਹੀਂ ਹੈ, ਕੋਈ ਵਾਲਸ ਨਹੀਂ ਹੈ, ਕੋਈ ਰੁਕਾਵਟ ਨਹੀਂ ਹੈ, ਐਨੀਬਡੀ ਕੈਨ ਵਾਕ ਇਨ। ਤੁਸੀਂ ਲੋਕੀ ਸੈਰ ਕਰਨ ਜਾਂਦੇ ਨੇ, ਛੋਟਾ ਮੋਟਾ ਕੋਈ ਫਰੂਟ ਜੇ ਲੈ ਵੀ ਲੈਂਦੇ ਤਾਂ ਕੋਈ ਗੱਲ ਨਹੀਂ। ਸੋ ਇਟਸ ਫਾਰ ਐਵਰੀਬਡੀ ਐਂਡ ਫਾਰ ਪੂਅਰ ਪੀਪਲ ਇਟਸ ਏ ਬਲੈਸਿੰਗ। ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਸਫਾਈ ਰਹਿੰਦੀ ਹੈ ਔਰ ਹਰਿਆਵਲ ਹੁੰਦੀ ਹੈ, ਜਿਹੜੀ ਕਿ ਬਹੁਤ ਹਰ ਇਨਸਾਨ ਲਈ ਅੱਛੀ ਹੈ। ਸੋ ਹੁਣ ਮਾਰਚ 21 ਦੀ ਮੈਂ ਗੱਲ ਕਰ ਰਿਹਾ ਸੀ ਕਿ UN ਨੇ ਇੱਕ ਇੰਟਰਨੈਸ਼ਨਲ ਡੇ ਆਫ ਫੋਰੈਸਟ ਡਿਕਲੇਅਰ ਕੀਤਾ, ਜਿਸ ਨੂੰ ਕਿ ਵਰਲਡ ਵਾਈਡ ਮਨਾਇਆ ਜਾਂਦਾ। ਔਰ ਜਾਪਾਨ 'ਚ ਇਸ ਨੂੰ ਗ੍ਰੀਨਰੀ ਡੇ ਕਹਿੰਦੇ ਨੇ। ਸਾਰਾ ਜਾਪਾਨ ਉਸ ਦਿਨ ਇਸ ਪਾਸੇ ਧਿਆਨ ਦਿੰਦਾ। ਇਸੇ ਤਰ੍ਹਾਂ ਤੁਸੀਂ ਕੈਨੇਡਾ 'ਚ ਇਸ ਨੂੰ ਟਰੀ ਡੇ ਜਾਂ ਆਰਬਰ ਡੇ ਕਹਿ ਕੇ ਮਨਾਇਆ ਜਾਂਦਾ। ਔਰ ਇੱਥੇ ਤਾਂ ਇੱਕ ਨੈਸ਼ਨਲ ਫੋਰੈਸਟ ਵੀਕ ਮਨਾਇਆ ਜਾਂਦਾ ਹੈ ਇਨ ਦੀ ਲਾਸਟ ਵੀਕ ਆਫ ਸੈਪਟੈਂਬਰ ਐਵਰੀ ਈਅਰ। ਸੋ ਉਸ ਲਾਸਟ ਵੀਕ ਦੇ ਸੈਪਟੈਂਬਰ ਦੇ ਵਿੱਚ ਇੱਕ ਦਿਨ ਵੈਨਸਡੇ ਹੁੰਦਾ, ਜਿਸ ਦਿਨ ਕਿ ਇਸ ਨੂੰ ਮੈਪਲ ਲੀਫ ਡੇ ਦੇ ਤੌਰ ਤੇ ਮਨਾਇਆ ਜਾਂਦਾ। ਇਸੇ ਤਰ੍ਹਾਂ ਪਰਟੀਕੂਲਰਲੀ ਕੈਲਗਰੀ ਵਿੱਚ ਇਹ IDF ਜਿਹੜਾ ਹੈ, ਇਹ ਇਸੇ ਸੈਪਟੈਂਬਰ ਦੇ ਮਹੀਨੇ ਵਿੱਚ ਜਿਹੜਾ ਪਹਿਲਾ ਥਰਸਡੇ ਆਉਂਦਾ, ਵੀਰਵਾਰ, ਮਈ ਦੇ ਮਹੀਨੇ ਵਿੱਚ, ਉਸ ਦਿਨ ਉਹ ਸੈਲੀਬ੍ਰੇਟ ਕਰਦੇ ਨੇ। ਸੋ ਦੇਖੋ, ਇਹ ਉਹ ਚੀਜ਼ਾਂ ਸਨ ਜਿਹੜੀਆਂ 350 ਸਾਲ ਪਹਿਲੇ ਗੁਰੂ ਸਾਹਿਬ ਨੇ ਜਿਨ੍ਹਾਂ ਦੀ ਨੀਂਹ ਰੱਖੀ ਸੀ। ਔਰ ਬਾਣੀ ਵਿੱਚ ਵੀ ਹੈ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਔਰ ਕੁਦਰਤ ਦਾ ਵਰਡ ਜਿਹੜਾ ਹੈ ਇਹ ਕਈ ਸੰਦਰਭ ਦੇ ਵਿੱਚ ਵਰਤਿਆ ਜਾਂਦਾ ਹੈ। ਇਹਨੂੰ ਪਰਮਾਤਮਾ ਦੀ ਸ਼ਕਤੀ ਦੇ ਤੌਰ ਤੇ ਵੀ ਕੁਦਰਤ ਵਰਤਿਆ ਗਿਆ ਕਈ ਜਗ੍ਹਾ ਤੇ। ਪਰ ਇੱਥੇ ਜਦੋਂ ਅਸੀਂ ਜਾਤਾਂ ਔਰ ਜਿਨਸੀ ਦੀ ਗੱਲ ਕਰਦੇ ਹਾਂ, ਵੀ ਆਰ ਟਾਕਿੰਗ ਆਫ ਸਪੀਸ਼ੀਜ਼, ਜਿਹੜੇ ਉਹਦੀਆਂ ਪ੍ਰਜਾਤੀਆਂ ਨੇ ਡਿਫਰੈਂਟ ਚੀਜ਼ਾਂ ਦੀਆਂ, ਐਨੀਮਲਸ ਹੈ ਜਾਂ ਬਰਡਸ ਹੈ ਜਾਂ ਟਰੀਜ਼ ਨੇ, ਪਲਾਂਟਸ ਨੇ, ਫਲਾਵਰਸ ਨੇ, ਉਹਨਾਂ ਦੀ ਜਿਹੜੀਆਂ ਸਪੀਸ਼ੀਜ਼ ਦੀ ਗੱਲ ਕਰ ਰਹੇ ਨੇ। ਕੁਦਰਤ ਜੀ ਜਹਾਨ, ਉਹ ਸਾਰੀ ਗੱਲ ਇਹ ਤਾਂ ਗੁਰਬਾਣੀ ਦੇ ਵਿੱਚ ਆਉਂਦੀ ਹੈ। ਬੇਸ਼ੱਕ ਕੁਦਰਤ ਵਰਡ ਗੁਰੂ ਦੀ ਮਿਹਰ ਜਾਂ ਉਹਦੀ ਸ਼ਕਤੀ ਵਾਸਤੇ ਵੀ ਵਰਤਿਆ ਗਿਆ, ਪਰ ਇਹਦੇ ਦੋਨੋਂ ਮਤਲਬ ਹੈਗੇ ਨੇ। ਔਰ ਪਿੱਛੇ ਜੇ 14 ਤੋਂ 21 ਦੇ ਮਾਰਚ ਦੇ ਦੌਰਾਨ ਈਕੋ ਸਿੱਖ ਦੀ UK ਬ੍ਰਾਂਚ ਜਿਹੜੀ ਹੈ, ਉਹਨਾਂ ਨੇ ਉੱਥੇ ਇੰਗਲੈਂਡ ਦੇ ਵਿੱਚ ਵਰਲਡ ਸਿੱਖ ਐਨਵਾਇਰਨਮੈਂਟ ਡੇ ਮਨਾਇਆ ਸੀ UK ਦੇ ਵਿੱਚ। ਔਰ ਉਸ ਦੇ ਵਿੱਚ ਉਸ ਵਕਤ ਦੱਸਦੇ ਨੇ ਕਿ ਪ੍ਰਿੰਸ ਫਿਲਿਪ ਵੀ ਉਸ ਦੇ ਵਿੱਚ ਗਏ ਸਨ, ਹਾਲਾਂਕਿ ਉਹਨਾਂ ਦਿਨਾਂ 'ਚ ਉਹ ਕਾਫੀ ਬਿਮਾਰ ਵਗੈਰਾ ਸਨ। ਸੋ ਇਹ ਇੱਕ ਯੂਨੀਵਰਸਲ ਰਿਸਪੌਂਸ ਹੈ ਸਿੱਖਾਂ ਦਾ ਟੂ ਹੈਲਪ ਕੰਬੈਟ ਦੀ ਕਲਾਈਮੇਟ ਚੇਂਜ ਐਂਡ ਗਲੋਬਲ ਵਾਰਮਿੰਗ ਐਂਡ ਦੀ ਲਾਸ ਆਫ ਬਾਇਓਡਾਇਵਰਸਿਟੀ। ਇੱਕ ਐਸੀ ਵੱਡੀ ਮੁਹਿੰਮ ਹੈ ਜਿਸ ਦੀ ਸ਼ੁਰੂਆਤ ਗੁਰਬਾਣੀ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਹੀ ਹੋ ਗਈ ਸੀ, ਪਰ ਜਿਸ ਨੂੰ ਬੜੇ ਪਿਆਰ ਨਾਲ, ਲਗਨ ਨਾਲ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਅੱਗੇ ਵਧਾਇਆ। ਸੋ ਲਾਸਟ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ
कि ये जिहड़ा इंटरनेशनल सिख एनवायरनमेंट सीजन है 3 हफ्ते का तकरीबन, ये 9 अप्रैल ਨੂੰ खत्म होया ऐसा। और ਇਹਦੇ ਵਿੱਚ ਜੁਆਇੰਟਲੀ ਈਕੋ ਸਿੱਖ ਦਾ ਇਨੀਸ਼ੀਏਟਿਵ ਸੀ, ਉਹਨਾਂ ਵੱਲੋਂ ਪਹਿਲ ਹੋਈ ਹੈ, ਵਿੱਚ ਉਹਦੇ ਮਿਲਵਰਤਨ ਯੂਨਾਈਟਿਡ ਨੇਸ਼ਨਸ ਦਾ ਹੈ, ਉਹਦਾ UNDP ਦਾ। ਇਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲਿਆਂ ਦਾ ਵੀ ਉਸ ਦੇ ਵਿੱਚ ਸਹਿਯੋਗ ਹੈ। ਇਹ ਸਾਰੇ ਰਲ ਮਿਲ ਕੇ ਹੁਣ ਇਹ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਜਿੱਥੇ ਜੋ ਕੁਝ ਵੀ ਉਹ ਕਰ ਸਕਦੇ ਨੇ ਉਹ ਕਰ ਰਹੇ ਨੇ। ਜਿਸ ਤਰ੍ਹਾਂ SGPC ਔਰ GPSC ਜਿਹੜੇ ਨੇ ਉੱਥੇ ਦਿੱਲੀ ਦੇ ਔਰ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ, ਗੁਰਦੁਆਰਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਸੋ ਅੱਜ ਦੇਖੋ ਮੁੱਕਦੀ ਹੈ ਗੱਲ ਇੱਥੇ ਕਿ ਸੰਸਾਰ ਅੱਜ ਉਹ ਕੰਮ ਕਰ ਰਿਹਾ ਜੋ ਸਾਰੇ ਗੁਰੂ ਸਾਹਿਬਾਨ ਨੇ ਔਰ ਖ਼ਾਸ ਤੌਰ ਤੇ ਗੁਰੂ ਹਰਰਾਏ ਜੀ ਨੇ ਅੱਜ ਤੋਂ 4 ਸਦੀਆਂ ਪਹਿਲੇ ਕਿਹਾ ਵੀ ਸੀ ਔਰ ਕਰਕੇ ਵੀ ਦਿਖਾਇਆ ਸੀ। 17ਵੀਂ ਸਦੀ ਤੋਂ ਜਿੱਦਾਂ ਮੈਂ ਸ਼ੁਰੂ ਕਿਹਾ, ਅਸੀਂ 21ਵੀਂ 'ਚ ਆ ਗਏ ਹਾਂ ਔਰ ਹਾਫ ਹਾਰਟਡ ਅਟੈਂਪਟਸ ਦੁਨੀਆ 'ਚ ਕਈ ਹੋਏ ਨੇ। ਕਿਓਟੋ ਕਾਨਫਰੰਸ ਹੋ ਗਈ, ਪੈਰਿਸ ਅਕੋਰਡ ਹੋ ਗਿਆ, ਹੋਰ ਹੋ ਗਏ, ਲੇਕਿਨ ਉਹ ਡਾਵਾਂਡੋਲ ਨੇ, ਕਦੀ ਚੱਲਦੇ ਕਦੀ ਰੁਕਦੇ। ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਔਰ ਗੁਰੂ ਹਰਰਾਏ ਸਾਹਿਬ ਜੀ ਦੇ ਪਾਏ ਹੋਏ ਪੂਰਨੇ ਅਨੁਸਾਰ ਈਕੋ ਸਿੱਖ ਔਰ ਬਾਕੀ ਸਿੱਖ ਰਲ ਕੇ ਉਸ ਮੁਹਿੰਮ ਨੂੰ ਜਾਰੀ ਰੱਖ ਰਹੇ ਨੇ। ਇੱਥੇ ਹੀ ਮੈਂ ਇਸ ਗੱਲ ਨੂੰ ਸਮਾਪਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।